ਤਾਂ ਜਦੋਂ ਤੁਸੀਂ ਵੱਧ ਤੋਂ ਵੱਧ ਠੇਕੇ ਦੇ ਚੱਕਰ 'ਚ ਜ਼ਮੀਨ ਅੱਗੇ ਦਿਓਗੇ ਕਿਸੇ ਨੂੰ ਤਾਂ ਉਹ ਫਿਰ ਤੁਹਾਡੀ ਜ਼ਮੀਨ ਦੇ ਨਾਲ ਵੱਧ ਤੋਂ ਵੱਧ ਭੈੜੀ ਕਰੂਗਾ। ਠੇਕਾ ਪੂਰਾ ਹੋ ਜੇ ਤੇ ਉਹਨੂੰ 4 ਪੈਸੇ ਬਚਣ, ਬਿਲਕੁਲ ਉਸ ਮਕਸਦ ਨਾਲ ਉਹ ਚਾਹੁੰਦਾ ਕਿ ਜ਼ਮੀਨ 'ਚੋਂ ਵੱਧ ਤੋਂ ਵੱਧ ਕੱਢਾਂ। ਆਪਦੇ ਘਰੇ ਰੋਟੀ ਪਕਾਉਣ ਲਈ ਕਿਸੇ ਦਾ ਚੁੱਲ੍ਹਾ ਬੁਝਾ ਕੇ ਜੇ ਖੁਸ਼ ਹੈ ਤਾਂ ਤੁਹਾਡਾ ਕੁਛ ਨਹੀਂ ਹੋ ਸਕਦਾ। ਕਿਸਾਨੀ ਤੇ ਕਿਸਾਨ ਦੋਨੇ ਬਚਣਗੇ, ਨਾਲ ਜ਼ਮੀਨ ਬਚੂਗੀ, ਤੇ ਜੇ ਜ਼ਮੀਨ ਬਚੂਗੀ ਤਾਂ NRI ਵੀ ਬਚੂਗਾ। ਬਿਲਕੁਲ ਉਹਦੀਆਂ ਜੜ੍ਹਾਂ ਤਾਂ ਇੱਥੇ ਹੀ ਆ। ਤੁਹਾਡੇ ਕੋਲੇ ਪੈਲੀਆਂ ਵੀ ਹੈਗੀਆਂ, ਤੁਹਾਡੇ ਕੋਲੇ ਡਾਲਰ ਵੀ ਹੈਗੇ ਆ, ਤੇ ਸ਼ਰਮ ਆਉਣੀ ਚਾਹੀਦੀ ਹੈ ਜੇ ਕੋਈ ਮਰ ਜੇ ਫਿਰ ਇੱਥੇ। ਸਲਫਰ ਪਾ, DAP ਪਾ, ਯੂਰੀਆ ਪਾ, ਝੋਨਾ ਚਲਾ, ਨਹੀਂ ਚੱਲਿਆ, ਖਰਚਾ ਵੱਧ ਗਿਆ। ਕੋਈ ਵੀ ਕੰਮ ਕਰਨਾ ਉਹਦੇ ਲਈ ਟ੍ਰੇਨਿੰਗ ਚਾਹੀਦੀ ਆ, ਤੇ ਪੰਜਾਬ ਦੇ ਵਿੱਚ ਖੇਤੀ ਕਰਨੀ ਆ ਤੇ ਇਹਦੇ ਲਈ ਤੁਹਾਨੂੰ ਕੋਈ ਟ੍ਰੇਨਿੰਗ ਨਹੀਂ ਚਾਹੀਦੀ। ਜਿਹਨੂੰ ਟਰੈਕਟਰ ਚਲਾਉਣਾ ਆਉਂਦਾ ਉਹ ਆਪਣੇ ਆਪ ਨੂੰ ਕਿਸਾਨ ਮੰਨ ਲੈਂਦਾ। ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਆਏ ਦਿਨ ਵੱਖ-ਵੱਖ ਅਖਬਾਰਾਂ ਤੇ ਪੜ੍ਹਦੇ ਹਾਂ, ਵੱਖ-ਵੱਖ ਬੁੱਧੀਜੀਵੀਆਂ ਵੱਲੋਂ ਸੁਣਦੇ ਹਾਂ ਕਿ ਪੰਜਾਬ ਖਤਮ ਹੁੰਦਾ ਜਾ ਰਿਹਾ, ਪੰਜਾਬ ਨਿਗਾਰ ਵੱਲ ਜਾ ਰਿਹਾ, ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਆ। ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਕਿਸ ਤਰ੍ਹਾਂ ਦੇ ਨਾਲ ਆ? ਕਿਉਂਕਿ ਪੰਜਾਬ ਦੇ ਵਿੱਚ ਜਿੱਥੇ ਨਸ਼ਾ ਹਰ ਪਿੰਡ ਦੇ ਵਿੱਚ ਘਰ ਕਰ ਚੁੱਕਿਆ, ਪੰਜਾਬ ਦੀ ਜਵਾਨੀ ਖਤਮ ਕਰ ਰਿਹਾ, ਤੇ ਬਚਦੀ ਖੁਚਦੀ ਜਿਹੜੀ ਜਵਾਨੀ ਆ ਉਹ ਜਹਾਜ਼ ਫੜ ਕੇ ਬਾਹਰਲੇ ਮੁਲਕਾਂ ਵੱਲ ਹੋ ਤੁਰੀ ਆ, ਤੇ ਪੰਜਾਬ ਦੀ ਕਿਸਾਨੀ ਫਾਹਿਆਂ ਵੱਲ ਹੋ ਤੁਰੀ ਆ। ਤੇ ਪੰਜਾਬ ਫਿਰ ਬਚੂਗਾ ਕਿਵੇਂ? ਪੰਜਾਬ ਦੀ ਜਵਾਨੀ ਬਚਾਉਣੀ ਪੈਣੀ ਆ, ਪੰਜਾਬ ਦੀ ਕਿਸਾਨੀ ਬਚਾਉਣੀ ਪੈਣੀ ਆ। ਤੇ ਜੇ ਪੰਜਾਬ ਦੀ ਕਿਸਾਨੀ ਬਚਾਉਣੀ ਆ ਤਾਂ ਸਭ ਤੋਂ ਪਹਿਲਾਂ ਪੰਜਾਬ ਦੀ ਕਿਸਾਨੀ ਜਿਹੜੇ ਰਾਹੇ ਪਈ ਹੋਈ ਆ, ਉਹਨਾਂ ਰਾਹਾਂ ਤੋਂ ਪੰਜਾਬ ਦੀ ਕਿਸਾਨੀ ਨੂੰ ਕੱਢਣਾ ਪੈਣਾ ਆ। ਮੈਂ ਗੱਲ ਕਰ ਰਿਹਾ ਵੱਧ ਖਰਚਿਆਂ ਦੀ। ਵੱਧ ਖਰਚੇ ਪਹਿਲਾਂ ਹੁੰਦੇ ਨੇ, ਵੱਡੇ ਵੱਡੇ ਕਰਜ਼ੇ ਲਏ ਜਾਂਦੇ ਨੇ, ਉਸ ਤੋਂ ਬਾਅਦ ਫਿਰ ਜਿਹੜੇ ਰੱਸੇ ਨੇ ਉਹ ਪੰਜਾਬ ਦੇ ਕਿਸਾਨਾਂ ਦੇ ਗਲਾਂ ਦੇ ਵਿੱਚ ਪੈਂਦੇ ਨੇ। ਇਸ ਦੇ ਬਾਬਤ ਅੱਜ ਗੱਲਬਾਤ ਕਰਾਂਗੇ। ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਆ ਤਾਂ ਉਹਦਾ ਪਹਿਲਾ ਸਟੈਪ ਜਿਹੜਾ ਆ ਕੀ ਹੋਣਾ ਚਾਹੀਦਾ ਹੈ? ਕਿਉਂਕਿ ਜਿਹੜੇ ਬਾਹਰ ਬੈਠੇ ਪੰਜਾਬੀ ਭਰਾ ਨੇ, NRI ਭਰਾ ਨੇ, ਉਹਨਾਂ ਦੇ ਦਿਲ ਦੇ ਵਿੱਚ ਵੀ ਤਾਂਘ ਬੜੀ ਆ, ਜਿਹੜੇ ਇੱਥੋਂ ਉੱਠ ਕੇ ਬਾਹਰਲੇ ਮੁਲਕਾਂ ਦੇ ਵਿੱਚ ਗਏ ਨੇ, ਬਾਹਰਲੇ ਮੁਲਕਾਂ ਦੇ ਵਿੱਚ ਤਰੱਕੀਆਂ ਕੀਤੀਆਂ ਨੇ, ਤੇ ਜਦੋਂ ਪੰਜਾਬ ਦੀ ਗੱਲ ਹੁੰਦੀ ਆ ਤਾਂ ਉਹ ਜ਼ਰੂਰ ਆਪਣਾ ਜਿਹੜਾ ਹੈਗਾ ਆ ਹੱਲਾ ਬੋਲਦੇ ਨੇ ਪੰਜਾਬ ਨੂੰ ਬਚਾਉਣ ਦੇ ਲਈ। ਤਾਂ ਪੰਜਾਬ ਦੀ ਕਿਸਾਨੀ ਤੋਂ ਜੇ ਸ਼ੁਰੂ ਕਰੀਏ, ਬਚਾਵਾਂਗੇ ਤਾਂ ਕਿਸ ਤਰ੍ਹਾਂ ਦੇ ਨਾਲ ਬਚਾਈ ਜਾਣੀ ਚਾਹੀਦੀ ਹੈ, ਇਸ ਦੇ ਬਾਰੇ ਗੱਲਬਾਤ ਕਰਾਂਗੇ। ਮੇਰੇ ਨਾਲ ਗੁਰਪ੍ਰੀਤ ਸਿੰਘ ਦਬੜੀ ਖਾਨਾ ਹੋਣਗੇ। ਦਬੜੀ ਖਾਨਾ ਸਾਹਿਬ ਦੇ ਨਾਲ ਗੱਲਬਾਤ ਇਸ ਦੇ ਬਾਰੇ ਰਹੇਗੀ। ਦਬੜੀ ਖਾਨਾ ਸਾਹਿਬ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ, ਤੁਹਾਡਾ ਵੀ ਧੰਨਵਾਦ, ਤੁਸੀਂ ਫਿਰ ਮੌਕਾ ਦਿੱਤਾ ਜੀ। ਦਬੜੀ ਖਾਨਾ ਸਾਹਿਬ, ਜਿਸ ਤਰ੍ਹਾਂ ਦੇ ਨਾਲ ਪੰਜਾਬ ਦੀ ਗੱਲ ਹੁੰਦੀ ਹੈ, ਪੰਜਾਬ ਦੀ ਕਿ ਜੇ ਪੰਜਾਬ ਨੂੰ ਬਚਾਉਣਾ ਆ, ਪੰਜਾਬ ਦੀ ਜਵਾਨੀ ਸਾਨੂੰ ਬਚਾਉਣੀ ਪੈਣੀ ਆ, ਪੰਜਾਬ ਦੀ ਕਿਸਾਨੀ ਸਾਨੂੰ ਬਚਾਉਣੀ ਪੈਣੀ ਆ। ਪੰਜਾਬ ਦੀ ਕਿਸਾਨੀ ਦੀ ਜੇ ਗੱਲ ਕਰੀਏ, ਤੁਸੀਂ ਖੇਤੀਬਾੜੀ ਮਾਹਰ ਹੋ, ਜਿਸ ਤਰ੍ਹਾਂ ਦੇ ਨਾਲ ਮੈਂ ਗੱਲ ਕਰੀਏ ਕਿ ਪੰਜਾਬ ਦੀ ਕਿਸਾਨੀ ਜੇ ਅਸੀਂ ਬਚਾਉਣੀ ਆ ਤਾਂ ਸਾਨੂੰ ਖਰਚਿਆਂ ਦੇ ਉੱਪਰ ਕੰਟਰੋਲ ਜਿਹੜਾ ਹੈਗਾ ਕਰਨਾ ਪਊਗਾ। ਪੰਜਾਬ ਦੀ ਕਿਸਾਨੀ ਜਿਹੜੇ ਰਾਹੇ ਤੁਰੀ ਆ ਉਹ ਰਾਹ ਤੋਂ ਵੱਖਰਾ ਕਰਨਾ ਪੈਣਾ। ਤਾਂ ਤੁਸੀਂ ਕੀ ਕਹੋਗੇ, ਕੀ ਤੁਸੀਂ ਆਪਦੇ ਪਹਿਲਾ ਸੁਝਾਅ ਕੀ ਦੇਣਾ ਚਾਹੋਗੇ? ਜੇ ਪੰਜਾਬ ਦੀ ਅਸੀਂ ਕਿਸਾਨੀ ਬਚਾਉਣੀ ਆ, ਸਾਨੂੰ ਪਹਿਲਾ ਹੱਲਾ ਮਾਰਨਾ ਚਾਹੀਦਾ, ਕੀ ਮਾਰਨਾ ਚਾਹੀਦਾ? ਜਿੱਥੋਂ ਤੱਕ ਇਹ ਗੱਲ ਹੈ ਕਿ ਪੰਜਾਬ ਦੀ ਜੇ ਕਿਸਾਨੀ ਬਚਾਉਣੀ ਆ ਤਾਂ ਹੱਲਾ ਪਹਿਲਾਂ ਕੀ ਹੋਣਾ ਚਾਹੀਦਾ? ਬਾਈ ਜੀ, ਜਿਹੜੀ ਕਿਸਾਨੀ ਆ, ਕਿਸਾਨੀ ਦਾ ਸਿੱਧਾ ਸੰਬੰਧ ਆ ਫਸਲਾਂ ਦੇ ਨਾਲ, ਤੇ ਫਸਲਾਂ ਦਾ ਸਿੱਧਾ ਸੰਬੰਧ ਆ ਜ਼ਮੀਨਾਂ ਦੇ ਨਾਲ। ਤੇ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਫਸਲਾਂ ਨੂੰ ਦਿਮਾਗ 'ਚ ਰੱਖ ਕੇ ਖੇਤੀ ਕਰਦਾ ਹੋਇਆ ਜ਼ਮੀਨ ਦੀ ਐਸੀ ਤੈਸੀ ਫੇਰਨ 'ਚ ਲੱਗਾ ਹੋਇਆ ਪਿਛਲੇ 40 45 50 ਸਾਲਾਂ ਤੋਂ। ਕੈਮੀਕਲ ਖੇਤੀ ਕਰਦੇ ਹੋਏ, ਰਸਾਇਣਕ ਖੇਤੀ ਦੇ ਤਹਿਤ ਕਿਸਾਨ ਫਸਲ ਕੇਂਦਰਿਤ ਖੇਤੀ ਕਰਦਾ। ਜਦੋਂ ਤੁਸੀਂ ਫਸਲ ਕੇਂਦਰਿਤ ਖੇਤੀ ਕਰਦੇ ਹੋ ਤਾਂ ਤੁਹਾਡੇ ਦਿਮਾਗ ਦੇ ਵਿੱਚ ਹਰ ਵਕਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਫਸਲ ਹੀ ਚੱਲਦੀ ਰਹਿੰਦੀ ਹੈ, ਤੇ ਉਹ ਫਸਲ ਸਾਰੇ ਪਿੰਡ ਤੋਂ ਚੰਗੀ ਹੋਵੇ, ਬਿਲਕੁਲ ਉਸ ਨੂੰ ਲੈ ਕੇ ਸਾਰੇ ਯਤਨ ਕੀਤੇ ਜਾਂਦੇ ਆ। ਪਰ ਉਹਨਾਂ ਯਤਨਾਂ ਦੇ ਨਾਲ ਚੱਲਦਿਆਂ ਜਿਹੜਾ ਹੈਗਾ ਖਰਚੇ ਵੱਧਦੇ ਆ। ਪਰ ਕਿਸਾਨ ਇਹ ਭੁੱਲ ਜਾਂਦਾ ਕਿ ਜਿਹੜੀ ਫਸਲ ਹੈਗੀ ਹੈ ਉਹ ਜ਼ਮੀਨ ਤੇ ਖੜੀ ਹੈ, ਤੇ ਜ਼ਮੀਨ ਦਾ ਖਿਆਲ ਕੌਣ ਕਰੇਗਾ, ਇਹਦੀ ਗੱਲ ਕਿਸਾਨ ਦੇ ਦਿਮਾਗ 'ਚ ਨਹੀਂ ਆਉਂਦੀ। ਨਤੀਜੇ ਵਜੋਂ ਜ਼ਮੀਨ ਜਿਹੜੀ ਹੈਗੀ ਆ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ। ਕਮਜ਼ੋਰ ਜ਼ਮੀਨ ਦੇ ਉੱਤੇ ਮਜ਼ਬੂਤ ਫਸਲਾਂ ਖੜੀਆਂ ਨਹੀਂ ਕੀਤੀਆਂ ਜਾ ਸਕਦੀਆਂ। ਜੇ ਮਾਂ ਕਮਜ਼ੋਰ ਹੋਊਗੀ ਤਾਂ ਬੱਚੇ ਵੀ ਪੈਦਾ ਹੋਣਗੇ ਜਿਹੜੇ ਉਹ ਕਮਜ਼ੋਰ ਹੋਣਗੇ, ਤੇ ਜਿਹੜੇ ਬੱਚੇ ਕਮਜ਼ੋਰ ਹੋਣਗੇ ਮਤਲਬ ਫਸਲ ਜਿਹੜੀ ਕਮਜ਼ੋਰ ਹੋਏਗੀ ਉਹਨੂੰ
ਕੀੜਿਆਂ ਦਾ ਹਮਲਾ ਵੀ ਝੱਲਣਾ ਪਊਗਾ, ਬਿਲਕੁਲ। ਉਹਦੇ ਤੇ ਬਿਮਾਰੀਆਂ ਦਾ ਹਮਲਾ ਵੀ ਹੋਊਗਾ। ਤੇ ਜਦੋਂ ਇਹ ਸਾਰਾ ਕੁਝ ਹੋਏਗਾ ਤਾਂ ਕਿਸਾਨ ਦਾ ਜਿਹੜਾ ਖੇਤੀ ਲਾਗਤ ਹੈਗੀ ਆ, ਖੇਤੀ ਲਾਗਤਾਂ ਜਿਹੜੀਆਂ ਕਿਸਾਨ ਦੀਆਂ ਉਹ ਵਧਣਗੀਆਂ। ਤਾਂ ਵੱਧਦੀਆਂ ਹੋਈਆਂ ਖੇਤੀ ਲਾਗਤਾਂ ਜਿਹੜੀਆਂ ਹੈਗੀਆਂ ਉਹ ਲਗਾਤਾਰ ਖੇਤੀ ਨੂੰ ਕਿਸਾਨ ਦੇ ਵੱਸੋਂ ਬਾਹਰ ਕਰਦੀਆਂ ਪਈਆਂ। ਹੁਣ ਪੰਜਾਬ ਦੀ ਜਿਹੜੀ ਖੇਤੀ ਹੈ, ਜੇ ਉਹਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਫਸਲਾਂ ਨੂੰ ਦਿਮਾਗ ਚੋਂ ਕੱਢ ਕੇ ਜ਼ਮੀਨ ਨੂੰ ਦਿਮਾਗ ਦੇ ਵਿੱਚ ਜਗ੍ਹਾ ਦੇਣੀ ਪਊਗੀ। ਫਸਲਾਂ ਦੀ ਥਾਂ ਤੇ ਦਿਮਾਗ 'ਚ ਜ਼ਮੀਨ ਰੱਖੋਗੇ ਤਾਂ ਖੇਤੀ ਬਚੂਗੀ। ਹੁਣ ਜ਼ਮੀਨ ਦਾ ਸੰਬੰਧ ਹੈਗਾ ਜ਼ਮੀਨ ਦੇ ਮਾਲਕ ਨਾਲ। ਬਿਲਕੁਲ। ਤੇ ਜ਼ਮੀਨ ਦੇ 30% ਮਾਲਕ ਆ ਜਿਹੜੇ ਉਹ ਬੈਠੇ ਆ ਪੰਜਾਬ ਤੋਂ ਬਾਹਰ, ਜਿਨ੍ਹਾਂ ਨੂੰ ਇਹ ਅੰਕੜਾ ਥੋੜਾ ਬਹੁਤਾ ਇੱਧਰ ਉੱਧਰ ਹੋ ਸਕਦਾ। ਉਹ ਹੈਗੇ NRI ਭਰਾ। ਉਹ ਉੱਥੇ ਆਪਦੀ ਜ਼ਿੰਦਗੀ ਬਤੀਤ ਕਰਦੇ ਪਏ ਆ, ਮਿਹਨਤ ਕਰਦੇ ਆ, ਪੈਸੇ ਕਮਾਉਂਦੇ ਆ, ਚੰਗੇ ਚੋਖੇ ਪੈਸੇ ਕਮਾਉਂਦੇ ਆ। ਠੀਕ ਹੈ। ਹੁਣ ਉਹ ਪੈਸੇ ਕਮਾਉਣ ਦੀ ਜਿਹੜੀ ਕੀਮਤ ਆ ਉਹ ਜਿਹੜੀ ਉਹਨਾਂ ਨੂੰ ਤਾਰਨੀ ਪੈਂਦੀ ਆ ਉਹ ਉਹੀ ਜਾਣਦੇ ਆ। ਮਤਲਬ ਆਪਣੇ ਲਈ ਟਾਈਮ ਹੀ ਹੈ ਨਹੀਂ। ਬਿਲਕੁਲ। ਪਿੱਛੇ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਉਹ ਠੇਕੇ ਤੇ ਦੇ ਦਿੰਦੇ ਆ। ਠੀਕ ਹੈ। ਤੇ ਜਦੋਂ ਤੁਸੀਂ ਜ਼ਮੀਨ ਠੇਕੇ ਤੇ ਦਿੰਦੇ ਹੋ ਤਾਂ ਜਿਹੜਾ ਜ਼ਮੀਨ ਠੇਕੇ ਤੇ ਲੈਂਦਾ ਮਹਿੰਗਾ ਮੁੱਲ ਤਾਰ ਕੇ, ਉਹ ਫਿਰ ਉਸ ਜ਼ਮੀਨ ਦੇ ਉੱਤੇ ਅਤਿਆਚਾਰ ਕਰਦਾ ਇੱਕ ਤਰ੍ਹਾਂ ਨਾਲ। ਜਿੰਨਾ ਉਹਨੇ ਠੇਕਾ ਭਰਿਆ ਹੁੰਦਾ ਉਹ ਠੇਕਾ ਪੂਰਾ ਹੋ ਜੇ ਤੇ ਉਹਨੂੰ 4 ਪੈਸੇ ਬਚਣ। ਬਿਲਕੁਲ। ਉਸ ਮਕਸਦ ਨਾਲ ਉਹ ਚਾਹੁੰਦਾ ਕਿ ਜ਼ਮੀਨ ਚੋਂ ਵੱਧ ਤੋਂ ਵੱਧ ਕੱਢਾਂ। ਤੇ ਕਿਸਾਨਾਂ ਨੂੰ ਇਹੀ ਲਗਭਗ ਸਿਖਾਇਆ ਗਿਆ ਕਿ ਜਿੰਨਾ ਤੁਸੀਂ ਕੱਢਣਾ ਚਾਹੁੰਦੇ ਹੋ ਉਨਾ ਪਾਈ ਚੱਲੋ, ਜਿੰਨਾ ਜ਼ਿਆਦਾ ਝਾੜ ਚਾਹੁੰਦੇ ਹੋ ਉਨਾ ਜ਼ਿਆਦਾ ਸਮਾਨ ਪਾਓ। ਬਿਲਕੁਲ। ਤਾਂ ਕਿਸਾਨ ਜਿਹੜਾ ਹੈਗਾ ਠੇਕੇ ਤੇ ਲਈ ਹੋਈ ਜ਼ਮੀਨ ਦੇ ਉੱਤੇ ਅੰਨ੍ਹੇਵਾਹ ਖਾਦਾਂ, ਕੈਮੀਕਲ ਖਾਦਾਂ, ਕੀਟਨਾਸ਼ਕ, ਫੰਗੀਸਾਈਡ, ਹਰਬੀਸਾਈਡ, ਜ਼ਹਿਰਾਂ ਪਾਉਂਦਾ ਤੇ ਆਪਣੇ 4 ਪੈਸੇ ਬਚਾਉਣ ਦੀ ਖਾਤਰ ਸਾਲ 'ਚ 2 ਵਾਰੀ ਠੇਕੇ ਵਾਲੀਆਂ ਜ਼ਮੀਨਾਂ ਨੂੰ ਤਾਂ ਚਾਹ ਕੇ ਅੱਗ ਲਾਉਂਦਾ। ਕਿਉਂਕਿ ਠੇਕੇ ਵਾਲੀ ਜ਼ਮੀਨ ਦੇ ਵਿੱਚ ਉਹਨੂੰ ਲੱਗਦਾ ਵੀ ਜੇ ਮੈਂ ਇਹ ਪਰਾਲੀ ਜਿਹੜੀ ਹੈਗੀ ਆ ਇਹਦਾ ਕੁਦਰਤ ਪੱਖੀ ਬੰਦੋਬਸਤ ਕਰੂੰਗਾ, ਕਿਸਾਨ ਪੱਖੀ ਬੰਦੋਬਸਤ ਕਰੂੰਗਾ, ਸਮਾਜ ਪੱਖੀ ਬੰਦੋਬਸਤ ਕਰੂੰਗਾ ਤਾਂ ਉਹ ਮੈਨੂੰ ਮਹਿੰਗਾ ਪਊਗਾ, ਮੇਰਾ ਠੇਕਾ ਨਹੀਂ ਮੁੜਨਾ। ਤਾਂ ਉਸ ਚੱਕਰ ਦੇ ਵਿੱਚ ਜਿਹੜਾ ਕਿਸਾਨ ਹੈਗਾ ਸਾਰੇ ਉਹ ਕੰਮ ਕਰਦਾ ਜਿਹੜੇ ਉਹਨੂੰ ਨਹੀਂ ਕਰਨੇ ਚਾਹੀਦੇ। ਜ਼ਮੀਨ ਦੇ ਖਿਲਾਫ ਜਾ ਕੇ। ਜ਼ਮੀਨ ਕਿਹਦੀ ਆ? ਜ਼ਮੀਨ ਦੇ ਮਾਲਕ ਦੀ। ਮਾਲਕ ਕਿੱਥੇ ਬੈਠਾ? ਬਾਹਰ। ਤਾਂ ਜੇ ਤੁਸੀਂ ਜ਼ਮੀਨ ਦੇ ਮਾਲਕ ਹੋ ਤਾਂ ਤੁਹਾਡਾ ਫਰਜ਼ ਬਣਦਾ ਕਿ ਤੁਹਾਡੀ ਜ਼ਮੀਨ ਦੇ ਨਾਲ ਮਾਂ ਵਾਲਾ ਵਤੀਰਾ ਹੋਵੇ, ਨਾ ਕਿ ਦਾਸੀ ਵਾਲਾ। ਹੁਣ ਪੰਜਾਬ ਦੇ ਕਿਸਾਨਾਂ ਨੇ ਚਾਹੇ ਉਹ ਜ਼ਮੀਨ ਠੇਕੇ ਤੇ ਲੈਣ, ਚਾਹੇ ਆਪਦੀ ਜ਼ਮੀਨ ਵਾਹੁਣ, ਜ਼ਮੀਨ ਨੂੰ ਨਾ ਦਾਸੀ ਬਣਾ ਕੇ ਰੱਖਦੇ ਆ। ਹੁਣ ਜਿਹੜੀ ਦਾਸੀ ਹੁੰਦੀ ਹੈ ਉਹ ਹੁੰਦੀ ਹੈ ਨੌਕਰਾਨੀ। ਬਿਲਕੁਲ। ਤੇ ਜਿਹੜਾ ਵਿਹਾਰ ਅਸੀਂ ਦਾਸੀ ਨਾਲ ਕਰਾਂਗੇ ਉਹ ਮਾਂ ਨਾਲ ਤਾਂ ਨਹੀਂ ਨਾ ਹੋ ਸਕਦਾ। ਮਾਂ ਨੂੰ ਅਸੀਂ ਔਖਾ ਨਹੀਂ ਬੋਲ ਸਕਦੇ, ਪੁੱਠਾ ਨਹੀਂ ਬੋਲ ਸਕਦੇ, ਤੇ ਦਾਸੀ ਤਾਂ ਸਾਡੀ ਨੌਕਰਾਨੀ ਆ। ਨੌਕਰਾਂ ਨੂੰ ਕਿਵੇਂ ਕਈ ਵਾਰੀ ਲੋਕ ਬੋਲਦੇ ਆ, ਉਵੇਂ ਉਹਦੇ ਨਾਲ ਵਿਹਾਰ ਹੁੰਦਾ। ਤੇ ਜਿਹੜੀ ਮੇਰੀ ਮਾਂ ਹੈ, ਠੀਕ ਹੈ, ਮੈਂ ਬਾਹਰ ਚਲਾ ਗਿਆ ਕਿਸੇ ਕਾਰਨ ਕਰਕੇ ਤੇ ਮੈਂ ਕਿਸੇ ਨੂੰ ਜ਼ਿੰਮੇਵਾਰੀ ਦੇਤੀ, ਆਪਣੇ ਦੋਸਤ ਨੂੰ, ਵੀ ਮੇਰੀ ਮਾਂ ਦਾ ਖਿਆਲ ਰੱਖੀ। ਠੀਕ ਹੈ। ਤੇ ਮੈਂ ਤੈਨੂੰ ਬਦਲੇ 'ਚ ਕੁਝ ਸਹਾਇਤਾ ਭੇਜਦਾ ਰਹਾਂਗਾ। ਹੁਣ ਉਹ ਮੇਰੀ ਮਾਂ ਦਾ ਖਿਆਲ ਆਪਣੀ ਮਾਂ ਵਾਂਗੂ ਰੱਖਦਾ ਪਿਆ ਕਿ ਮੇਰੀ ਮਾਂ ਤੋਂ ਨੌਕਰਾਨੀ ਵਾਂਗੂ ਕੰਮ ਲੈਂਦਾ ਪਿਆ। ਇਹ ਜ਼ਿੰਮੇਵਾਰੀ ਕਿਹਦੀ ਹੈ ਪਤਾ ਕਰਨ ਦੀ? ਮਾਲਕ ਦੀ। ਤਾਂ ਮਾਲਕ ਬੈਠਾ ਕੈਨੇਡਾ 'ਚ ਤੇ ਮਾਲਕਾਂ ਦੀਆਂ ਜਿਹੜੀਆਂ ਮਾਵਾਂ ਜ਼ਮੀਨਾਂ ਉਹਨਾਂ ਦੇ ਨਾਲ ਇੱਥੇ ਆ ਅਤਿਆਚਾਰ ਹੋ ਰਿਹਾ। ਹੁਣ ਇਸ ਅਤਿਆਚਾਰ ਦੇ ਪਿੱਛੇ ਜ਼ਿੰਮੇਦਾਰ ਕੌਣ ਹੈ? ਕੱਲਾ ਉਹ ਕਿਸਾਨ ਨਹੀਂ ਜਿਹਨੇ ਠੇਕੇ ਤੇ ਜ਼ਮੀਨ ਲਈ ਹੋਈ ਆ। ਉਹ ਜਿਹੜੇ 30% ਲੋਕ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਬੈਠੇ ਆ ਉਹ ਵੀ ਬਰਾਬਰ ਦੇ ਜ਼ਿੰਮੇਦਾਰ ਆ। ਠੇਕੇ ਤੇ ਜਿਹੜੀ ਜ਼ਮੀਨ ਪੰਜਾਬ ਦੇ ਵਿੱਚ ਲੱਗਦੀ ਪਈ ਆ 60 ਤੋਂ ਲੈ ਕੇ 70-75 ਹਜ਼ਾਰ ਰੁਪਏ ਪ੍ਰਤੀ ਏਕੜ ਲੱਗਦੀ ਪਈ ਆ। ਬਿਲਕੁਲ। ਤੇ ਹਰ ਬੰਦਾ ਚਾਹੁੰਦਾ ਕਿ ਮੇਰੀ ਜ਼ਮੀਨ ਦਾ ਮੈਨੂੰ ਵੱਧ ਤੋਂ ਵੱਧ ਠੇਕਾ ਮਿਲੇ। ਤੇ NRI ਵੀ ਇਹੀ ਚਾਹੁੰਦੇ ਆ। ਤਾਂ ਜਦੋਂ ਤੁਸੀਂ ਵੱਧ ਤੋਂ ਵੱਧ ਠੇਕੇ ਦੇ ਚੱਕਰ 'ਚ ਜ਼ਮੀਨ ਅੱਗੇ ਦਿਓਗੇ ਕਿਸੇ ਨੂੰ ਤਾਂ ਉਹ ਫਿਰ ਤੁਹਾਡੀ ਜ਼ਮੀਨ ਦੇ ਨਾਲ ਵੱਧ ਤੋਂ ਵੱਧ ਭੈੜੀ ਕਰੂਗਾ। ਠੀਕ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਮੀਨ ਦੇ ਨਾਲ ਭੈੜੀ ਨਾ ਹੋਵੇ, ਤੁਹਾਡੀ ਜ਼ਮੀਨ ਜਿਉਂਦੀ ਜਾਗਦੀ ਰਵੇ,
ਉਹ ਬੰਜਰ ਨਾ ਹੋਵੇ, ਉਹਨੂੰ ਅੱਗ ਨਾ ਲੱਗੇ ਤੇ ਜ਼ਮੀਨ ਬਚੂਗੀ ਤਾਂ ਪੰਜਾਬ ਬਚੂਗਾ। ਤੁਸੀਂ ਚਾਹੁੰਦੇ ਹੋ ਕਿ ਪੰਜਾਬ ਬਚੇ ਤਾਂ ਤੁਹਾਡੇ ਚਰਨਾਂ 'ਚ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੇ NRI ਭਰਾਵਾਂ ਦੇ, ਬਈ ਤੁਸੀਂ ਇੱਧਰਲੇ ਪੈਸੇ ਦੀ ਬਾਹਲੀ ਪਰਵਾਹ ਨਾ ਕਰੋ, ਕਿਉਂਕਿ ਇੱਧਰਲੇ ਪੈਸੇ ਦਾ ਉੱਧਰ ਕੁਝ ਨਹੀਂ ਬਣਦਾ। ਬਿਲਕੁਲ। ਉੱਧਰਲੇ ਦਾ ਇੱਧਰ ਬਹੁਤ ਕੁਝ ਬਣ ਜਾਂਦਾ। ਤੇ ਜੇ ਤੁਸੀਂ 65,000 ਨੂੰ ਇੱਥੇ ਜ਼ਮੀਨ ਠੇਕੇ ਤੇ ਦੇ ਰਹੇ ਹੋ ਤਾਂ ਉਹਨੂੰ ਬਾਈ 40-45 ਨੂੰ ਦੇਣੀ ਸ਼ੁਰੂ ਕਰ ਦਿਓ। ਤੇ ਇੱਕ ਸ਼ਰਤ ਲਾ ਦਿਓ, ਇੱਕ ਸ਼ਰਤ ਲਾ ਦਿਓ ਵੀ ਤੈਨੂੰ ਇਹ ਜ਼ਮੀਨ ਦਿੱਤੀ 40 ਜਾਂ 45,000 ਨੂੰ, ਪਰ ਤੂੰ ਇਸ ਜ਼ਮੀਨ ਦੇ ਵਿੱਚ ਕਦੇ ਵੀ ਫਸਲੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਾਏਗਾ ਤੇ ਅੰਨ੍ਹੇਵਾਹ ਜ਼ਹਿਰਾਂ ਖਾਦਾਂ ਦਾ ਇਸਤੇਮਾਲ ਨਹੀਂ ਕਰੇਗਾ। ਇਸ ਸ਼ਰਤ ਦੇ ਉੱਤੇ ਤੁਸੀਂ ਰੇਟ ਠੇਕਾ ਘਟਾ ਕੇ ਵੱਡੇ ਪੱਧਰ ਤੇ 40-45 ਤੇ ਲਿਆ ਕੇ ਜ਼ਮੀਨ ਠੇਕੇ ਤੇ ਦੇਣੀ ਸ਼ੁਰੂ ਕਰੋ। ਉਹਦੇ ਨਾਲ ਦੋ ਕੰਮ ਹੋ ਜਾਣਗੇ, ਇੱਕ ਤਾਂ ਤੁਹਾਡੀ ਜ਼ਮੀਨ ਬਚਣੀ ਸ਼ੁਰੂ ਹੋ ਜੂਗੀ ਤੇ ਇੱਕ ਉਹ ਜਿਹੜਾ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਪਿਆ ਉਹ ਬਚਣਾ ਸ਼ੁਰੂ ਹੋ ਜੂਗਾ। ਬਿਲਕੁਲ। ਜ਼ਮੀਨ ਤਾਂ ਬਚਣੀ ਸ਼ੁਰੂ ਹੋ ਜੂਗੀ ਵੀ ਅੱਗ ਲੱਗਣੀ ਬੰਦ ਹੋ ਗਈ। ਭਾਵ ਕਿਸਾਨੀ ਤੇ ਕਿਸਾਨ ਦੋਨੇ ਬਚਣਗੇ। ਕਿਸਾਨੀ ਤੇ ਕਿਸਾਨ ਦੋਨੇ ਬਚਣਗੇ, ਨਾਲ ਜ਼ਮੀਨ ਬਚੂਗੀ। ਤੇ ਜੇ ਜ਼ਮੀਨ ਬਚੂਗੀ ਤਾਂ NRI ਵੀ ਬਚੂਗਾ। ਬਿਲਕੁਲ। ਉਹਦੀਆਂ ਜੜ੍ਹਾਂ ਤਾਂ ਇੱਥੇ ਹੀ ਆ। ਠੀਕ ਹੈ, ਹੁਣ ਜਦੋਂ ਇਹ ਤਿੰਨਾਂ ਨੂੰ ਫਾਇਦਾ ਹੋਏਗਾ ਤਾਂ ਇਹਦਾ ਮਤਲਬ ਹੈਗਾ ਵੀ ਕਿਸਾਨ ਜਿਹੜਾ ਪੰਜਾਬ ਦਾ ਖੇਤੀ ਸੰਕਟ ਆ ਇਹਦੇ ਚੋਂ ਬਾਹਰ ਆਉਣ ਦੇ ਰਾਹ ਮੋਕਲੇ ਹੋਣੇ ਸ਼ੁਰੂ ਹੋ ਜਾਣਗੇ। ਹੁਣ ਹੁੰਦਾ ਕੀ ਪਿਆ ਵੀ ਜਦੋਂ ਕੋਈ ਬੰਦਾ ਠੇਕੇ ਤੇ ਲੈ ਕੇ ਖੇਤੀ ਕਰਦਾ ਤਾਂ ਠੇਕਾ ਹੋ ਗਿਆ ਮੰਨ ਲਓ 65,000 ਰੁਪਇਆ ਐਵਰੇਜ। 65,000 ਨੂੰ 1 ਏਕੜ ਠੇਕੇ ਤੇ ਲੈ ਲਿਆ, 30,000 ਰੁਪਇਆ ਉੱਤੇ ਖਰਚ ਆ ਗਿਆ ਇੱਕ ਸਾਲ ਦਾ ਦੋਹਾਂ ਫਸਲਾਂ ਤੇ। ਕਿੰਨੇ ਹੋ ਗਏ ਬਾਈ? 95,000। ਫਸਲ ਹੋਈ 1,10,000 ਦੀ, ਬਚਿਆ ਕੀ? 15। ਹੁਣ ਇਸ 15,000 ਦੇ ਵਿੱਚ ਜਿਹੜੇ ਫੁਟਕਲ ਖਰਚੇ ਆ ਉਹ ਜੋੜੇ ਨਹੀਂ। ਜਿਹੜੇ ਫੁਟਕਲ ਖਰਚੇ ਹੁੰਦੇ ਆ ਨਾ ਜਿਹੜੇ ਆਪਾਂ ਗਿਣਦੇ ਹੀ ਨਹੀਂ, ਉਹ ਵੀ ਜੋੜ ਲਓ ਤਾਂ ਕੱਢਣ ਪਾਉਣ ਨੂੰ ਐਂਡ ਤੇ 8-10,000 ਦੀ ਗੇਮ ਰਹਿ ਜਾਂਦੀ ਹੈ ਕਿੱਲੇ ਦੀ। ਤੇ ਆਮ ਤੌਰ ਤੇ ਠੇਕੇ ਵਾਲੇ ਕਿਸਾਨ ਜਦੋਂ ਗੱਲ ਕਰਦੇ ਆ ਜਾਂ ਉਹਨਾਂ ਬਾਰੇ ਕੋਈ ਗੱਲ ਕਰਦਾ ਤਾਂ ਕਹਿੰਦੇ ਹੁੰਦੇ ਆ ਵੀ ਇਹਨਾਂ ਨੂੰ ਕੱਲੀ ਤੂੜੀ ਬਚਦੀ ਆ। ਠੀਕ ਹੈ, ਤਾਂ ਹੁਣ ਇੱਕ ਬੰਦਾ ਠੇਕੇ ਤੇ ਲੈ ਕੇ ਜਿਹੜੀ ਜ਼ਮੀਨ ਖੇਤੀ ਕਰ ਰਿਹਾ, ਮੰਨ ਲਓ ਉਹਨੂੰ 10,000-15,000 ਰੁਪਇਆ ਕਿੱਲਾ ਬਚਿਆ ਵੀ, ਠੀਕ ਹੈ, ਤਾਂ ਉਹਦੇ ਨਾਲ ਉਹਦਾ ਪੂਰਾ ਤਾਂ ਪੈਣਾ ਨਹੀਂ। ਬਿਲਕੁਲ। ਠੀਕ ਹੈ, ਤੇ ਜੇ ਉਹ 2-4 ਕਿੱਲੇ ਠੇਕੇ ਤੇ ਲੈ ਕੇ ਖੇਤੀ ਕਰ ਰਿਹਾ 65,000 ਨੂੰ ਤੇ ਉਹਨੂੰ 4 ਕਿੱਲਿਆਂ ਮਗਰ ਕਿੰਨੇ ਪੈਸੇ ਬਚੇ? 60,000 ਮੁਸ਼ਕਲ ਨਾਲ। ਤੇ ਉਹਨੇ ਇਨਵੈਸਟ ਕਿੰਨੇ ਕੀਤੇ? 65 ਤੇ 65 130 2,60,000 2,60,000 ਇਨਵੈਸਟ ਕਰਕੇ ਉਹ ਖੇਡ ਕਿੰਨੇ ਤੇ ਰਿਹਾ? 60,000 ਤੇ ਉਹ ਵੀ 60,000 ਉਹਦੇ ਪੱਲੇ ਤਾਂ ਪਊਗਾ ਜੇ ਕੁਦਰਤ ਵੱਲੋਂ ਕੋਈ ਕਰੋਪੀ ਨਹੀਂ ਆਉਂਦੀ। ਇਸ ਵਾਰ ਜਿਵੇਂ ਮੌਸਮ ਦੇ ਮਿਜਾਜ ਦੇ ਵਿਗੜਨ ਕਰਕੇ ਕਣਕਾਂ ਦਾ ਝਾੜ ਪੰਜਾਬ ਦੇ ਵਿੱਚ 30 ਤੋਂ 50 ਮਣ ਦੇ ਵਿੱਚ ਸਿਮਟ ਗਿਆ। ਠੀਕ ਹੈ, ਤੇ ਜ਼ਮੀਨ ਦਾ ਠੇਕਾ ਉਹੀ 65,000 ਸੀਗਾ। ਤਾਂ ਉਹ ਜਿਨ੍ਹਾਂ ਨੇ ਉਹ ਜ਼ਮੀਨ ਠੇਕੇ ਤੇ ਲਈ ਹੋਈ ਸੀ ਉਹ ਤਾਂ ਬਰਬਾਦ ਹੋ ਗਏ। ਬਿਲਕੁਲ। ਤੇ ਜਿਨ੍ਹਾਂ ਨੇ ਉਹ ਵਧਾ ਕੇ ਰੇਟ ਠੇਕੇ ਤੇ ਦਿੱਤੀ ਹੋਈ ਸੀ ਕੀ ਹੁਣ ਉਹ ਠੇਕਾ ਘਟਾਉਣਗੇ? ਨਹੀਂ। ਤਾਂ ਘਟਾਉਣਾ ਚਾਹੀਦਾ ਕਿ ਨਹੀਂ? ਚਾਹੀਦਾ। ਪਰ ਉਹ ਇਹ ਸੋਚਣਗੇ ਨਾ ਰਬੜੀ ਖਾਨਾ ਸਾਹਿਬ, ਸ਼ਾਇਦ ਇਹ ਸੋਚਣਗੇ ਵੀ ਅਸੀਂ ਘਾਟੇ ਦੇ ਵਿੱਚ ਆ। ਜੇ ਸਾਡੀ ਪਿਛਲੀ ਵਾਰੀ ਜ਼ਮੀਨ 65,000 ਨੂੰ ਠੇਕੇ ਤੇ ਸੀ ਤੇ ਜੇ ਅਸੀਂ ਐਤਕੀ 63 ਕਰਦੇ ਅਸੀਂ ਘਾਟੇ ਜਾਂਦੇ, ਉਹ ਇਹ ਕਹਿੰਦੇ ਨਹੀਂ। ਮੈਂ ਹਜੇ ਉਹ ਗੱਲ ਨਹੀਂ ਕਰਦਾ ਪਿਆ, ਮੈਂ ਇਹ ਗੱਲ ਕਰਦਾ ਕਿ ਜ਼ਮੀਨੀ ਹਕੀਕਤਾਂ ਦੇ ਮੱਦੇ ਨਜ਼ਰ ਜਿਹਨੇ ਮੇਰੀ ਜ਼ਮੀਨ 65,000 ਨੂੰ ਠੇਕੇ ਤੇ ਲਈ ਉਹਨੂੰ ਬਹੁਤ ਵੱਡਾ ਘਾਟਾ ਪੈ ਗਿਆ। ਬਿਲਕੁਲ। ਠੀਕ ਹੈ, ਉਹਦੀ 50,000 ਦੀ ਕਣਕ ਹੋਣੀ ਸੀ, ਉਹਦੀ ਕਣਕ ਹੋਈ 20,000 ਦੀ। ਬਿਲਕੁਲ। ਤਾਂ 30,000 ਰੁਪਇਆ ਉਹਨੂੰ ਠੁੱਕ ਗਿਆ। ਬਿਲਕੁਲ। ਉਹਨੂੰ ਬਚਣਾ ਕੁੱਲ 15 ਸੀ ਸਾਲ 'ਚ ਕਿੱਲੇ ਮਗਰ, ਤੇ 30 ਉਹਨੂੰ ਠੁੱਕ ਗਿਆ। ਤਾਂ ਜਿਹੜੇ ਬੰਦੇ ਨੇ ਉਹਨੂੰ ਜ਼ਮੀਨ 65,000 ਨੂੰ ਠੇਕੇ ਤੇ ਦਿੱਤੀ ਆ ਕੀ ਉਹ 25,000 ਰੁਪਇਆ ਛੱਡਦਾ? ਉਹਨੂੰ ਇਨਸਾਨੀਅਤ ਦੇ ਤੌਰ ਤੇ ਛੱਡਣਾ ਚਾਹੀਦਾ ਵੀ ਯਾਰ ਜੇ ਤੇਰਾ ਨੁਕਸਾਨ ਹੈਗਾ ਤਾਂ ਇਹਦੇ ਵਿੱਚ ਮੈਂ ਤੇਰਾ ਹਿੱਸੇਦਾਰ ਬਣ ਜਾਣਾ ਵੀ ਤੂੰ ਮੈਨੂੰ ਐਤਕੀ ਪੈਸੇ ਘੱਟ ਦੇ ਦੇ। ਇੱਕ ਤਾਂ ਇਹ ਤੁਰੰਤ ਜਿਹੜਾ ਕਰਨ ਵਾਲਾ ਕੰਮ ਹੈ ਸਾਡੇ ਕਿਸਾਨ ਭਰਾਵਾਂ ਨੂੰ ਜਿਹੜੇ ਜ਼ਮੀਨ ਠੇਕੇ ਤੇ ਦਿੰਦੇ ਆ ਵੀ 20-25,000 ਰੁਪਇਆ ਘੱਟ ਲੈ ਲਓ ਪ੍ਰਤੀ ਏਕੜ, ਤਾਂ ਕਿ ਉਹ ਬੰਦਾ ਜਿਹੜਾ 14 ਬੰਦੇ 20-22 ਦਿਨਾਂ 'ਚ ਖੁਦਕੁਸ਼ੀ ਕਰਕੇ। ਬਿਲਕੁਲ। ਤਾਂ ਉਹ ਜਿਹੜੇ 14 ਬੰਦੇ ਖੁਦਕੁਸ਼ੀ ਕਰ ਗਏ ਉਹਨਾਂ ਦਾ ਵੱਡਾ ਰੀਜ਼ਨ ਕੀ ਹੈ? ਉਹਨਾਂ ਵਿੱਚੋਂ ਬਹੁਤਿਆਂ ਦਾ ਵੀ ਕਣਕ
ਝਾੜ ਘਟਿਆ ਗਿਆ। ਬਹੁਤ ਹੁੰਦਾ ਕਿ ਸਾਰਾ ਦੇ ਹੀ ਹੈ। ਪਿਛਲੀ ਵਾਰੀ ਕਹਿੰਦੇ ਨਰਮਾ ਜਿਹੜਾ ਸੀਗਾ ਉਹ ਗੁਲਾਬੀ ਸੁੰਡੀ ਨੇ ਖਾ ਲਿਆ। ਉਸ ਤੋਂ ਬਾਅਦ ਮੈਂ ਇੱਕ ਕਿਸਾਨ ਦੀ ਪੜ੍ਹ ਰਿਹਾ ਸੀ, ਉਹਨੇ ਆਪਣੀ ਧੀ ਨੂੰ 21-22 ਲੱਖ ਦਾ ਸ਼ਾਇਦ ਕਰਜ਼ਾ ਚੱਕ ਕੇ ਆਪਣੀ ਧੀ ਨੂੰ ਬਾਹਰ ਭੇਜਿਆ ਸੀ। ਨਰਮੇ ਦੀ ਫਸਲ ਉਹਦੀ ਖਰਾਬ ਹੋ ਗਈ, ਗੁਲਾਬੀ ਸੁੰਡੀ ਨੇ ਖਾ ਲਈ। ਉਸ ਤੋਂ ਬਾਅਦ ਕਣਕ ਸੀ, ਕਣਕ ਦਾ ਝਾੜ ਘਟ ਗਿਆ, ਕਰਜ਼ਾ 21 ਪਿਛਲੇ ਸੀਜ਼ਨ ਦੀਆਂ ਦੋਹੇ ਫਸਲਾਂ ਨਰਮਾ ਤੇ ਝੋਨਾ ਦੋਨਾਂ ਦਾ ਝਾੜ ਘਟਿਆ ਸੀ ਤੇ ਖਰਚਾ ਵਧ ਗਿਆ। ਨਾ ਦੇ ਬਰਾਬਰ ਹੀ ਨਰਮਾ ਤਾਂ ਹੋਇਆ ਹੀ ਨਹੀਂ, ਝੋਨੇ ਦਾ ਝਾੜ ਘਟ ਗਿਆ ਤੇ ਖਰਚਾ ਵਧਿਆ ਹੋਇਆ ਸੀ। ਉਸ ਤੋਂ ਬਾਅਦ ਉਮੀਦ ਸੀਗੀ ਕਣਕ ਤੋਂ, ਬਿਲਕੁਲ, ਤੇ ਕਣਕ ਦਗਾ ਦੇਗੀ। ਬਿਲਕੁਲ ਠੀਕ ਆ। ਮਾਰਚ ਦੇ ਦੂਜੇ ਤੋਂ ਲੈ ਕੇ ਚੌਥੇ ਹਫ਼ਤੇ ਦੇ ਵਿਚਾਲੇ ਜਿਹੜੀ ਗਰਮੀ ਪਈ, ਉਹ ਗਰਮੀ ਕਣਕਾਂ ਦਾ ਝਾੜ ਖਾ ਗਈ। ਹੁਣ 2 ਫਸਲਾਂ ਲਗਾਤਾਰ ਕਿਸਾਨ ਨੂੰ ਘਾਟਾ ਪੈ ਗਿਆ। ਉਦੋਂ ਪਿਛਲੇ ਝੋਨੇ 'ਚ ਵੀ ਘਾਟਾ ਪਿਆ। ਲਗਾਤਾਰ 3 ਫਸਲਾਂ ਕਣਕ ਜਿਹੜਾ ਹੈਗਾ ਕਿਸਾਨ ਘਾਟੇ 'ਚ ਕਰਦਾ ਪਿਆ। ਤੇ ਵਿਡੰਬਣਾ ਇਹ ਹੈ, ਹੈਰਾਨੀ ਦੀ ਗੱਲ ਇਹ ਆ ਕਿ ਲਗਾਤਾਰ 3 ਫਸਲਾਂ ਘਾਟੇ 'ਚ ਜਾ ਰਹੀਆਂ ਤੇ ਠੇਕਾ ਦਾ ਰੇਟ ਅੱਪ ਹੋ ਰਿਹਾ। ਤਾਂ ਇਹ ਜਿਹੜੀ ਮੰਦਬੁੱਧੀ ਹੈਗੀ ਆ ਸਾਡੇ ਲੋਕਾਂ ਦੀ, ਇਹ ਤੋਂ ਵੀ ਇਹਦਾ ਵੀ ਇਲਾਜ ਕਰਨ ਦੀ ਲੋੜ ਹੈ। ਠੇਕੇ ਦਾ ਰੇਟ ਵੀ ਅੱਪ ਹੋ ਰਿਹਾ, ਰੇਹਾਂ ਸਪਰੇਹਾਂ ਦਾ ਅੱਪ ਹੋ ਰਿਹਾ, DAP ਦਾ ਅੱਪ ਹੋ ਰਿਹਾ, ਹਰ ਇੱਕ ਦਾ ਅੱਪ ਹੋ ਰਿਹਾ। ਬਿਲਕੁਲ। ਤਾਂ ਇੱਥੇ ਫਿਰ ਸਾਰਿਆਂ ਨੂੰ ਮਿਲ ਕੇ ਇੱਕ ਡਿਸੀਜਨ ਲੈਣਾ ਚਾਹੀਦਾ। ਬਿਲਕੁਲ ਵੀ ਭਾਈ ਆਪਾਂ ਸਾਰੇ ਰਲ ਮਿਲ ਕੇ ਤਾਂ ਇਕੱਠੇ ਤਾਂ ਜਿਉਂਦੇ ਰਹਿ ਸਕਦੇ ਆ, ਕੱਲਾ ਕੋਈ ਨਹੀਂ ਬਚੂਗਾ। ਬਿਲਕੁਲ ਠੀਕ ਹੈ। ਤਾਂ ਮੈਂ ਇਹ ਚਾਹਣਾ ਕਿ ਜਿਹੜੇ ਲੋਕਾਂ ਨੇ ਜ਼ਮੀਨਾਂ ਠੇਕੇ ਤੇ ਦਿੱਤੀਆਂ ਹੋਈਆਂ, ਉਹ 25-25000 ਰੁਪਇਆ ਬਾਈ ਜਿਹੜਾ ਠੇਕਾ ਉਹ ਮਾਫ ਕਰ ਦੇਣ। ਜੇ ਅਸੀਂ ਆਪਦੇ ਲੋਕਾਂ ਦੇ ਨਾਲ ਨਹੀਂ ਖੜਾਂਗੇ ਤੇ ਸਰਕਾਰਾਂ ਕਿਵੇਂ ਖੜਨਗੀਆਂ? ਬਿਲਕੁਲ ਠੀਕ ਹੈ। ਆਪਾਂ ਕਹਿੰਦੇ ਸਰਕਾਰ ਖੜੇ, ਜਦੋਂ ਅਸੀਂ ਨਹੀਂ ਇੱਕ ਦੂਜੇ ਦੇ ਨਾਲ ਖੜਦੇ ਤੇ ਸਰਕਾਰ ਨੇ ਟਿੰਡੀਆਂ ਲੈਣੀਆਂ ਸਾਥੋਂ। ਹੁਣ ਠੇਕੇ ਵਾਲੇ ਮਸਲੇ ਨੂੰ ਲੈ ਕੇ ਕਈ ਲੋਕ ਕਹਿੰਦੇ ਆ ਵੀ ਪੰਚਾਇਤ ਮਤਾ ਪਾਵੇ ਪਿੰਡ ਦੇ ਵਿੱਚ ਵੀ ਠੇਕਾ ਨਹੀਂ ਵਧਣਾ ਚਾਹੀਦਾ, ਇੰਨਾ ਠੇਕਾ ਇਦੋਂ ਵੱਧ ਨਹੀਂ ਕਰਨਾ। ਪੰਚਾਇਤਾਂ ਦਾ ਆਪਦਾ ਆਵਾ ਉੱਤੇ ਪਿਆ। ਪੰਚਾਇਤੀ ਜ਼ਮੀਨ ਦੀ ਬੋਲੀ ਹੁੰਦੀ ਆ ਠੇਕੇ ਤੇ ਦੇਣ ਵਾਸਤੇ। ਤਾਂ ਪਹਿਲਾਂ ਤਾਂ ਪੰਚਾਇਤ ਇਹ ਮਤਾ ਪਾਵੇ ਵੀ ਅਸੀਂ ਕਦੇ ਵੀ ਪੰਚਾਇਤੀ ਜ਼ਮੀਨ ਦੀ ਬੋਲੀ ਨਹੀਂ ਕਰਾਂਗੇ। ਪੰਚਾਇਤ ਇੱਕ ਰੇਟ ਮਿੱਥ ਦੇ 45000 ਰੁਪਇਆ ਕਿੱਲਾ, ਤੇ 45000 ਰੁਪਏ ਕਿੱਲੇ ਤੇ ਟਾਸ ਕਰ ਦੇ, ਪਰਚੀਆਂ ਕੱਢ ਦੇ ਵੀ ਜਿੰਨੇ ਬੰਦੇ ਆਏ ਪੰਚਾਇਤੀ ਜ਼ਮੀਨ ਠੇਕੇ ਤੇ ਲੈਣ ਵਾਸਤੇ, ਉਹਨਾਂ ਦੇ ਨਾਂ ਦੀਆਂ ਪਰਚੀਆਂ ਬਣਾਓ। ਪਰਚੀਆਂ ਜਿਹੜੀਆਂ ਹੈਗੀਆਂ ਤੌੜੇ 'ਚ ਪਾਓ, ਤੇ ਜਿਹੜੇ ਦੀ ਪਰਚੀ ਨਿਕਲ ਆਈ ਉਹਨੂੰ 45000 ਰੁਪਏ ਨੂੰ ਠੇਕੇ ਤੇ ਦੇ ਦਿਓ। ਜਦੋਂ ਪੰਚਾਇਤ ਆਪਦੀ ਜ਼ਮੀਨ ਦੀ ਬੋਲੀ 1,49,000 ਤੇ ਲੈ ਜਾਂਦੀ ਹੈ ਤੇ ਉਹ ਪਿੰਡ ਦੇ ਲੋਕਾਂ ਦਾ ਸਵਾਹ ਭਲਾ ਕਰੂਗੀ। ਇੰਨੇ ਮੂਰਖ ਸਰਪੰਚ ਆ ਲੋਕ ਪਿੰਡਾਂ ਦੇ ਵੀ ਪੰਜਾਬ ਮਰਦਾ ਪਿਆ ਤੇ ਤੁਸੀਂ ਪੈਸੇ ਦੇ ਪਿੱਛੇ ਪਾਗਲ ਹੋਏ ਪਏ ਹੋ, ਤੇ ਪੈਸਾ ਤੁਹਾਡੇ ਨਾਲ ਕਫਨ 'ਚ ਜਾ ਵੜੂਗਾ ਧਰਮਰਾਜ ਕੋਲੇ। ਤਾਂ ਸਾਰਿਆਂ ਨੂੰ ਆਪੋ ਆਪਣਾ ਰੋਲ ਲੈਣਾ ਚਾਹੀਦਾ। ਤੇ ਮੇਰੀ ਜ਼ਿਆਦਾ ਜਿਹੜੀ ਉਮੀਦ ਆ, ਆਸ ਜਿਹੜੀ ਮੈਂ ਕਰਦਾ, ਉਹ ਜਿਹੜੇ ਸਾਡੇ NRI ਭਰਾ ਮੈਨੂੰ ਸੁਣਦੇ ਪਏ ਆ, ਉਹਨਾਂ ਤੋਂ ਆ ਇੱਕ ਤਾਂ ਬਾਈ ਤੁਸੀਂ 25-25000 ਰੁਪਇਆ ਮਾਫ ਕਰ ਦਿਓ, ਤੇ ਸ਼ਰਤ ਇਹ ਲਾਓ ਵੀ ਅੱਗ ਨਹੀਂ ਲਾਉਣੀ, ਤੇ ਅੰਨ੍ਹੇਵਾਹ ਰੇਹਾਂ ਸਪਰੇਆਂ ਨਹੀਂ ਪਾਉਣੀਆਂ, ਤੇ ਜੇ ਘੱਟ ਖਰਚੇ ਵਾਲੀ ਖੇਤੀ ਸਿੱਖਣੀ ਹੈ ਤਾਂ ਗੁਰਪ੍ਰੀਤ ਡਬੜੀ ਖਾਨੇ ਨੂੰ ਫੋਨ ਕਰ ਲਓ। ਠੀਕ ਹੈ। ਮੈਂ ਜਿੰਨੇ ਜੋਗਲਾ ਹੈਗਾ ਮੈਂ ਉਹਨਾਂ ਦੇ ਨਾਲ ਖੜਾਂਗਾ। ਪਰ ਇੱਥੇ ਇੱਕ ਗੱਲ ਹੋਰ ਵੀ ਹੈ ਨਾ ਦਬੜੀ ਖਾਨਾ ਸਾਹਿਬ, ਕਿ ਆਪਾਂ ਉਹ ਚੀਜ਼ ਲੋਕਾਂ ਦੇ ਖਾਣੇ ਦੇ ਵਿੱਚ ਕਿਵੇਂ ਪਾਵਾਂਗੇ? ਤੁਸੀਂ ਇਹ ਗੱਲ ਸਮਝਾਤੀ, ਲੋਕਾਂ ਨੂੰ ਆਖ ਦਿੱਤੀ, NRI ਭਰਾਵਾਂ ਨੂੰ ਆਖ ਦਿੱਤੀ, ਪਰ ਉਹ ਗੱਲ ਲੋਕਾਂ ਦੇ ਖਾਣੇ ਦੇ ਵਿੱਚ ਕਿਵੇਂ ਪਾਊਗੀ ਕਿ ਜੇਕਰ ਇਸ ਵਾਰ ਜਿਹਦੀ ਜ਼ਮੀਨ 65,000 ਨੂੰ ਲੱਗੀ ਹੈ ਨਾ, ਜੇ ਅਗਲੀ ਵਾਰ 2000 1000 ਜਾਂ 1500 ਰੁਪਇਆ ਨਾ ਵਧੇ, ਚਾਹੇ 500 ਰੁਪਏ ਵੱਧ ਜੇ, ਉਹਨੂੰ ਹੋ ਜਾਂਦਾ ਕਿ ਹਾਂ ਯਾਰ ਮੈਂ ਜੰਗ ਜਿੱਤ ਲਈ। ਤੇ ਜੇ ਕਿਤੇ 2000 4000 ਘਟ ਜੇ ਤਾਂ ਮੈਨੂੰ ਲੱਗਦਾ ਉਹਨੂੰ ਉਹਦੇ ਘਰੇ 2 ਦਿਨ ਰੋਟੀ ਨਹੀਂ ਪੱਕਦੀ ਵੀ ਲੈ ਇਹਦੀ ਤਾਂ 6-68000 ਨੂੰ ਲੱਗੀ ਤੇ ਸਾਡੀ 62 ਨੂੰ ਲੱਗੀ ਆ। ਉਹ ਗੱਲ ਖਾਣੇ ਦੇ ਵਿੱਚ ਲੋਕਾਂ 'ਚ ਕਿਵੇਂ ਪਾਵਾਂਗੇ? ਬਾਈ ਜੀ ਤੁਸੀਂ ਆਪਦੇ ਘਰੇ ਰੋਟੀ ਪਕਾਉਣ ਲਈ ਕਿਸੇ ਦਾ ਚੁੱਲ੍ਹਾ ਬੁਝਾ ਕੇ ਜੇ ਖੁਸ਼ ਆ ਤਾਂ ਤੁਹਾਡਾ ਕੁਛ ਨਹੀਂ ਹੋ ਸਕਦਾ। ਜਿਨ੍ਹਾਂ ਦੇ ਚੁੱਲ੍ਹੇ ਬੁਝ ਗਏ ਆ, ਜਿਹੜੇ 14 ਮਰ ਗਏ, ਬਿਲਕੁਲ ਫਾਹਾ ਲੈ ਗਏ, ਉਹ ਤੁਹਾਡੀ ਰੋਟੀ ਪਕਾਉਣ ਦੇ ਚੱਕਰ 'ਚ ਹੀ ਲੈ ਗਏ ਨਾ ਫਿਰ। ਠੀਕ ਹੈ। ਇਹ ਕਿਸੇ ਦੇ ਸਿਵੇ ਤੇ ਰੋਟੀਆਂ ਸੇਕਣ ਵਾਲਾ ਜਿਹੜਾ ਪ੍ਰੋਗਰਾਮ ਹੈ ਬੰਦ ਕਰ ਦਿਓ। ਪੈਸਾ ਕਦੇ ਵੀ ਬੰਦੇ ਦੇ ਨਾਲ ਨਹੀਂ ਨਿਭਦਾ, ਬੰਦੇ ਦੇ ਨਾਲ ਬੰਦਾ ਨਿਭਦਾ ਹੁੰਦਾ। ਬਿਲਕੁਲ। ਆਪਾਂ ਇੱਕ ਦੂਜੇ ਨੂੰ ਜਾਣਦੇ ਆ, ਜਦੋਂ ਲੋੜ ਪਏਗੀ ਅਸੀਂ ਇੱਕ ਦੂਜੇ ਨਾਲ ਖੜਨਾ। ਬਿਲਕੁਲ। ਤੇ ਜੇ ਪੈਸੇ ਦੀ ਗੱਲ ਆ ਗਈ, ਸਾਡੇ ਵਿਚਾਲੇ ਪੈਸਾ ਹੋਇਆ, ਤਾਂ ਤੁਸੀਂ ਕਹੋਗੇ ਪੈਸਾ ਮੈਂ ਰੋਕ ਲਾਂ, ਤੇ ਮੈਂ ਚਾਹੂੰਗਾ ਪੈਸਾ ਮੇਰੇ ਕੋਲੇ ਆ ਜੇ। 2 ਬੰਦਿਆਂ 'ਚ ਫਿੱਕ ਪੈਸਾ ਪਾ ਦੋ, ਤੇ 2 ਬੰਦਿਆਂ 'ਚ ਪਿਆਰ ਜਿਹੜਾ ਹੈਗਾ ਉਹ ਇੱਥੋਂ ਪੈਂਦਾ। ਤਾਂ ਬੰਦੇ ਦਾ ਦਾਰੂ ਹੁੰਦਾ। ਅੱਜ ਪੰਜਾਬ ਦਾ ਕਿਸਾਨ ਆਤਮ ਹੱਤਿਆ ਕਰਦਾ ਪਿਆ, ਝਾੜ ਘਟ ਗਿਆ, ਤੇ ਫਿਰ ਬੰਦੇ ਦਾ ਦਾਰੂ ਕਿੱਥੇ ਆ? ਠੀਕ ਹੈ। ਮੈਂ ਇਹ ਜਿਹੜੀ ਗੱਲ ਕਹਿ ਰਿਹਾ
ਇਹਦਾ ਮੈਨੂੰ ਦਰਦ ਆ ਵੀ ਲੋਕ ਮਰਦੇ ਪਏ ਆ ਤੇ ਅਸੀਂ ਪੈਸੇ ਦੀ ਪੂਛ ਫੜੀ ਬੈਠੇ ਆ। ਉਹ ਪੈਸਾ ਕਦੇ ਵੀ ਸਾਡੇ ਨਾਲ ਨਹੀਂ ਨਿਭਣਾ। ਠੀਕ ਹੈ, ਹੁਣ ਜਦੋਂ 25,000 ਰੁਪਇਆ ਘੱਟੋ ਘੱਟ NRI ਠੇਕਾ ਘਟਾਉਣਗੇ, ਉਹਦੇ ਪਿੱਛੇ ਵਜ੍ਹਾ ਕੀ ਆ, ਲੌਜਿਕ ਕੀ ਆ ਮੇਰਾ? ਜਦੋਂ ਤੁਸੀਂ 40-45,000 ਰੁਪਏ ਨੂੰ ਜ਼ਮੀਨ ਠੇਕੇ ਤੇ ਦਿਓਗੇ, ਇਹਦਾ ਮਤਲਬ ਇਹ ਆ ਕਿ ਉਹ ਬੰਦਾ ਜਿਹੜਾ ਤੁਹਾਡੀ ਜ਼ਮੀਨ ਠੇਕੇ ਤੇ ਲੈ ਰਿਹਾ ਨਾ, ਉਹ ਤੁਹਾਡੀ ਜ਼ਮੀਨ ਸਾਂਭ ਰਿਹਾ। ਤਾਂ ਤੁਸੀਂ ਸਗੋਂ ਉਹਨੂੰ ਉਲਟਾ ਕਿਰਾਇਆ ਦਿਓ ਜ਼ਮੀਨ ਸਾਂਭਣ ਦਾ। ਤੁਹਾਡੀ ਜ਼ਮੀਨ ਸਾਂਭਦੀ ਹੈ ਜਦੋਂ ਕੋਈ ਉਹਨੂੰ ਠੇਕੇ ਤੇ ਵਾਹੁੰਦਾ, ਤੇ ਨਹੀਂ ਤਾਂ ਅਣਵਾਹੀ ਜ਼ਮੀਨ ਤੇ ਅੱਕ ਉੱਗਰ ਆਉਣਗੇ, ਕਿੱਕਰਾਂ ਉੱਗਰ ਆਉਣਗੀਆਂ, ਤੇ ਕੀ ਕਰੋਗੇ ਫਿਰ ਉਹ ਜ਼ਮੀਨ ਦਾ ਜਦੋਂ ਜੰਗਲ ਬਣ ਗਈ? ਤਾਂ ਤੁਸੀਂ ਇਸ ਨਜ਼ਰੀਏ ਨਾਲ ਸੋਚੋ ਕਿ ਜਿਹੜਾ ਬੰਦਾ ਜ਼ਮੀਨ ਤੁਹਾਡੀ ਠੇਕੇ ਤੇ ਲੈ ਰਿਹਾ, ਉਹ ਤੁਹਾਡੀ ਜ਼ਮੀਨ ਦੀ ਸੰਭਾਲ ਵੀ ਕਰ ਰਿਹਾ ਤੇ ਤੁਹਾਨੂੰ 4 ਛਿੱਲੜ ਵੀ ਦੇ ਰਿਹਾ, ਤੇ ਤੁਸੀਂ ਬਦਲੇ 'ਚ ਉਹ ਤੋਂ 65,000 ਠੇਕਾ ਨਾ ਮੰਗੋ। ਉਹ ਤੁਹਾਡੀ ਜ਼ਮੀਨ ਸਾਂਭ ਰਿਹਾ, ਤੁਸੀਂ ਉਹਨੂੰ 25,000 ਰੁਪਇਆ ਮਾਫ ਕਰੋ, ਉਹਨੂੰ 40-45 'ਚ ਠੇਕੇ ਤੇ ਦਿਓ। ਜਦੋਂ ਉਹਨੂੰ 40-45 'ਚ ਠੇਕੇ ਤੇ ਮਿਲੂਗੀ, ਉਹਨੂੰ 4 ਛਿੱਲੜ ਬਚਣਗੇ। ਉਹਦਾ ਜਿਹੜਾ ਮੁਨਾਫਾ ਹੋ ਜਾਊਗਾ ਫਸਲ ਮਗਰ, ਸਾਲ ਮਗਰ, 2 ਫਸਲਾਂ ਮਗਰ 35-40,000 ਰੁਪਇਆ ਹੋ ਜਾਊਗਾ। ਬਿਲਕੁਲ। ਤੇ ਜੇ 35-40,000 ਰੁਪਇਆ ਉਹਨੂੰ 10 ਕਿੱਲਿਆਂ ਤੇ ਮੁਨਾਫਾ ਹੋਏਗਾ ਹਰ ਕਿੱਲੇ ਮਗਰ, ਤਾਂ ਉਹਦੇ ਕੋਲੇ 4 ਲੱਖ ਰੁਪਇਆ ਆਏਗਾ। ਜਦੋਂ ਉਹਦੇ ਕੋਲੇ 4 ਲੱਖ ਰੁਪਇਆ ਆਏਗਾ ਤਾਂ ਉਹਦੇ ਬੱਚਿਆਂ ਦਾ ਜੀਵਨ ਸੁਧਰੇਗਾ। ਬਿਲਕੁਲ। ਤੇ ਉਹ ਬੱਚੇ ਉਹਦੇ ਇਕੱਲੇ ਦੇ ਨਹੀਂ, ਉਹ ਪੰਜਾਬ ਦੇ ਬੱਚੇ ਆ, ਚਾਹੇ ਅੰਦਰ ਬੈਠਿਆਂ ਦੇ ਆ ਚਾਹੇ ਬਾਹਰ ਬੈਠਿਆਂ ਦੇ ਆ। ਤੇ ਜੇ ਉਹਨਾਂ ਦੇ ਬੱਚਿਆਂ ਦਾ ਜੀਵਨ ਸੁਧਰੇਗਾ, ਉਹਨਾਂ ਨੂੰ ਚੰਗੀ ਐਜੂਕੇਸ਼ਨ ਮਿਲੇਗੀ, ਉਹ ਨਸ਼ਿਆਂ ਤੋਂ ਬਚ ਜਾਣਗੇ। ਅੱਜ ਕੱਲ੍ਹ ਜਿਹੜਾ ਨਸ਼ਾ ਹੈਗਾ ਜਿਹਦੀ ਤੁਸੀਂ ਗੱਲ ਤੋਰੀ ਸੀ, ਉਹ ਬੇਰੋਜ਼ਗਾਰੀ ਉਹਦੇ ਪਿੱਛੇ ਇੱਕ ਵੱਡੀ ਵਜ੍ਹਾ, ਵੱਡਾ ਕਾਰਨ, ਮੁੱਖ ਕਾਰਨ ਇਹੀ ਆ। ਠੀਕ ਹੈ, ਦੂਜਾ ਆਮਦਨੀ ਹੈ ਨਹੀਂ ਗੀ। 2 ਵੱਡੇ ਕਾਰਨ ਆ। ਇੱਕ ਬੰਦਾ ਜਦੋਂ ਆਤਮ ਹੱਤਿਆ ਕਰਦਾ, ਉਹਦਾ ਸਭ ਤੋਂ ਵੱਡਾ ਰੀਜ਼ਨ ਪਤਾ ਕੀ ਹੁੰਦਾ? ਜਦੋਂ ਉਹਨੂੰ ਆਪਦੇ ਬੱਚਿਆਂ ਦੀ ਅੱਖ 'ਚ ਅੱਖ ਪਾ ਕੇ ਦੇਖਣਾ ਦੁੱਬਰ ਹੋ ਜੇ। ਜਦੋਂ ਕਿਸੇ ਬੰਦੇ ਨੂੰ ਆਪਦੇ ਬੱਚਿਆਂ ਦੇ ਮੂਹਰੇ ਨੀਵਾਂ ਝਾਕਣਾ ਪੈਂਦਾ, ਉਹਦਾ ਮਰਨ ਹੋ ਜਾਂਦਾ। ਮੇਰੇ ਕੋਲੇ ਇੱਕ ਕੋਰਾ ਪੈਲੀ ਨਹੀਂ, ਨਾ ਮੈਂ ਕੋਈ ਬਿਜ਼ਨਸ ਕਰਦਾ, ਨਾ ਮੈਂ ਨੌਕਰੀ ਕਰਦਾ। ਮੇਰਾ ਇੱਕ ਫੇਸਬੁੱਕ ਫਰੈਂਡ, ਉਹਨੇ ਪੋਸਟ ਲਿਖੀ ਫੇਸਬੁੱਕ ਤੇ, ਮੈਂ ਕੁਦਰਤੀ ਜਾ ਰਿਹਾ ਸੀ ਕਿਤੇ ਤੇ ਉਹ ਪੋਸਟ ਮੇਰੇ ਕੋਲੇ ਆ ਗਈ। ਉਹਦੇ ਵਿੱਚ ਟੈਂਡੈਂਸੀ ਸੀਗੀ ਆਤਮ ਹੱਤਿਆ ਵਾਲੀ। 4-5 ਲਾਈਨਾਂ ਦੀ ਪੋਸਟ, ਉਹਦੇ ਤੋਂ ਧਿਆਨ 'ਚ ਆ ਗਿਆ ਮੇਰੇ ਵੀ ਇਹ ਬੰਦਾ ਆਤਮ ਹੱਤਿਆ ਵਾਲੇ ਪਾਸੇ ਜਾ ਰਿਹਾ। ਮੈਂ ਤੁਰੰਤ ਉਹਨੂੰ ਫੋਨ ਲਾਇਆ, ਤਾਂ ਮੈਂ ਉਹਨੂੰ ਫੋਨ ਲਾਇਆ, ਮੈਂ ਕਿਹਾ ਦੱਸ ਵੀ ਕੀ ਗੱਲ ਆ, ਐਡੀ ਕੀ ਗੱਲ ਆ, ਤੂੰ ਆਹ ਕੀ ਲਿਖੀ ਜਾਂਦਾ, ਤੇ ਜੇ ਕੋਈ ਦੁੱਖ ਤਕਲੀਫ ਆ ਦੱਸ, ਜਿੰਨੇ ਜੋਗੇ ਹੈਗੇ ਆਪਾਂ ਖੜੇ ਆ ਤੇਰੇ ਨਾਲ। ਉਹ ਬੰਦਾ ਉੱਚੀ ਉੱਚੀ ਰੋਣ ਲੱਗ ਗਿਆ ਫੋਨ ਤੇ ਉਹ ਤੋਂ ਗੱਲ ਨਹੀਂ ਹੋ ਰਹੀ ਸੀ। ਉਹ ਮੈਨੂੰ ਕਹਿੰਦਾ ਮੈਂ ਜਦੋਂ ਰਿਲੈਕਸ ਹੋ ਗਿਆ ਉਦੋਂ ਫੋਨ ਕਰੂੰਗਾ। ਮੈਂ ਕਿਹਾ ਚੱਲ ਠੀਕ ਆ। ਜਦੋਂ ਉਹ ਰਿਲੈਕਸ ਹੋ ਗਿਆ ਤੇ ਉਹਦਾ ਮੈਨੂੰ ਫੋਨ ਆਇਆ, ਉਹਨੇ ਫਿਰ ਮੈਨੂੰ ਦੱਸਿਆ ਵੀ ਆਹ ਗੱਲਬਾਤ ਆ, ਮੇਰਾ ਆਹ ਕਾਰੋਬਾਰ ਸੀਗਾ, ਲੋਕਡਾਊਨ ਕਰਕੇ ਬੰਦ ਹੋ ਗਿਆ। ਜ਼ਮੀਨ ਉਹਦੇ ਕੋਲੇ 1.5 ਕਿੱਲਾ ਹੀ ਸੀ, ਹੁਣ 1.5 ਕਿੱਲੇ 'ਚ ਉਹਦਾ ਘਰ ਦਾ ਤੋਰੀ ਫੁਲਕਾ ਹੀ ਚੱਲਦਾ। ਬਿਲਕੁਲ। ਤਾਂ ਬੱਚਾ ਉਹਦਾ ਇੱਕ BSc ਕੋਈ ਕਰਦਾ ਸੀਗਾ, ਪਤਾ ਨਹੀਂ ਕਾਹਦੀ BSc ਕਰਦਾ ਸੀ। ਲੋਕਡਾਊਨ ਕਰਕੇ ਪੜ੍ਹਾਈ ਬੰਦ ਸੀ, ਤੇ ਜਦੋਂ ਲੋਕਡਾਊਨ ਖੁੱਲ੍ਹਿਆ ਤੇ ਪੜ੍ਹਾਈ ਸ਼ੁਰੂ, ਸਮੈਸਟਰ ਆ ਗਿਆ, ਦਾਖਲਾ ਭਰੋ ਸਮੈਸਟਰ ਦਾ, PG ਦੀ ਫੀਸ ਭਰੋ। ਹੁਣ ਉਹ ਦਾਖਲਾ ਭਰਨ ਵਾਸਤੇ ਤੇ PG ਦੀ ਫੀਸ ਭਰਨ ਵਾਸਤੇ ਉਹਨੂੰ ਚਾਹੀਦੇ ਪੈਸੇ। ਬਿਲਕੁਲ। ਉਹ ਪੈਸੇ ਉਹਦੇ ਕੋਲੇ ਹੈ ਨਹੀਂ ਸੀ, ਤੇ ਉਹ ਹੁਣ ਆਪਦੇ ਬੱਚੇ ਦੇ ਮੂਹਰੇ ਉਹਨੂੰ ਨੀਵਾਂ ਝਾਕਣਾ ਪੈ ਰਿਹਾ। ਉਹਦੇ ਵਿੱਚੋਂ ਉਹਨੇ ਉਹ ਪੋਸਟ ਲਿਖੀ, ਜਿਹਦੇ ਵਿੱਚੋਂ ਉਹਦਾ ਦਰਦ ਸਪਸ਼ਟ ਸੀਗਾ ਕਿ ਉਹ ਆਤਮ ਹੱਤਿਆ ਕਰਨ ਬਾਰੇ ਸੋਚ ਰਿਹਾ। ਮੈਂ ਪੋਸਟ ਪੜ੍ਹ ਕੇ ਲੰਘ ਜਾਂਦਾ, ਮੈਂ ਉਹਨੂੰ ਸਿਰਫ ਜ਼ਿੰਦਗੀ 'ਚ 2 ਵਾਰ ਹੀ ਮਿਲਿਆ। ਠੀਕ ਆ, ਤਾਂ ਮੈਂ ਵੀ ਲੰਘ ਸਕਦਾ ਸੀ ਪੋਸਟ ਪੜ੍ਹ ਕੇ। ਮੈਂ ਉਹਨੂੰ ਫੋਨ ਕੀਤਾ, ਮੈਨੂੰ ਲੱਗਿਆ ਵੀ ਯਾਰ ਇਹ ਬੰਦਾ ਜੇ ਇਹਨੂੰ ਫੋਨ ਨਾ ਕੀਤਾ ਇਹ ਮਰੂ। ਬਿਲਕੁਲ ਬਿਲਕੁਲ। ਤਾਂ ਮੈਂ ਉਹਨੂੰ ਕਿਹਾ ਵੀ, ਉਹਨੇ ਜਦੋਂ ਮੈਨੂੰ ਸਾਰੀ ਕਹਾਣੀ ਦੱਸੀ, ਮੈਂ ਕਿਹਾ ਯਾਰ ਮੈਥੋਂ ਦੱਸ ਤੈਨੂੰ ਕੀ ਚਾਹੀਦਾ। ਉਹ ਕਹਿੰਦਾ ਬਈ ਮੈਂ ਦਾਖਲਾ ਤਾਂ ਭਰਤਾ ਔਖੇ ਸੌਖੇ ਨੇ ਕਰਾ ਕੇ, ਤੇ PG ਦੀ ਫੀਸ ਚਾਹੀਦੀ ਆ। ਮੈਂ ਕਿਹਾ ਵੀ PG ਦੀ ਫੀਸ ਮੈਂ ਭਰੀ। ਕਿੰਨੀ ਫੀਸ ਆ? 6,000 ਰੁਪਇਆ ਮਹੀਨਾ, 6 ਫੀਸਾਂ ਭਰਨੀਆਂ। ਹਾਲਾਂਕਿ ਮੇਰੀ ਔਕਾਤ ਹੈ ਨਹੀਂ ਸੀਗੀ ਉਹ ਹਰ ਮਹੀਨੇ 6,000 ਰੁਪਇਆ ਭਰਨੀ। ਮੈਂ ਤਾਂ ਆਪਦੇ ਜਵਾਕ ਸਰਕਾਰੀ ਸਕੂਲ ਚ ਲਾਏ ਹੋਏ। ਠੀਕ ਹੈ, ਤਾਂ ਮੈਂ ਉਹਨੂੰ ਕਿਹਾ ਵੀ ਮੈਂ ਭਰੂ ਤੇਰੀਆਂ ਫੀਸਾਂ, ਤੂੰ ਟੈਨਸ਼ਨ ਨਹੀਂ ਲੈਣੀ। ਮੈਂ ਉਹਦੀਆਂ 2 ਫੀਸਾਂ ਭਰੀਆਂ, ਤੀਜੀ ਫੀਸ ਭਰਨ ਦੀ ਤਿਆਰੀ ਸੀ, ਤੇ ਮੈਂ ਉਹਨੂੰ
ਜਦੋਂ ਟਾਈਮ ਆਉਂਦਾ ਸੀ ਫੀਸ ਭਰਨ ਦਾ ਉਹਨੂੰ ਆਪ ਫੋਨ ਕਰਦਾ ਸੀ ਵੀ ਕਦੋਂ ਪੈਸੇ ਪਾਵਾਂ, ਇਹ ਨਹੀਂ ਵੀ ਉਹ ਫੋਨ ਕਰੂਗਾ। ਤਾਂ ਮੈਂ ਉਹਨੂੰ ਆਪ ਫੋਨ ਕਰਨਾ ਤੇ ਉਹਨੇ ਮੈਨੂੰ ਕਹਿਣਾ ਵੀ ਇਸ ਦਿਨ ਪਾ ਦਿਓ। ਤਾਂ ਮੈਂ 2 ਫੀਸਾਂ ਭਰਤੀਆਂ, ਤੀਜੀ ਫੀਸ ਭਰਨ ਦੀ ਤਿਆਰੀ ਸੀ। ਮੇਰਾ ਇੱਕ ਮਿੱਤਰ ਕੈਨੇਡਾ ਗਿਆ ਹੁਣੇ ਉਹਦਾ ਮੈਨੂੰ ਫੋਨ ਆਇਆ, ਕਹਿੰਦਾ ਮੇਰੇ ਨਾ ਇੰਡੀਅਨ ਖਾਤੇ 'ਚ 25,000 ਰੁਪਇਆ ਪਿਆ ਤੇ ਜੇ ਕਿਸੇ ਲੋੜਵੰਦ ਦੀ ਇਸ ਫੀਲਡ ਦੇ ਵਿੱਚ ਮਦਦ ਕਰਨ ਦੀ ਲੋੜ ਆ ਤੇ ਉੱਥੇ ਵਰਤ ਲਈ। ਤਾਂ ਮੈਂ ਉਹਨੂੰ ਕਿਹਾ ਯਾਰ ਆਹ ਕੇਸ ਹੈਗਾ ਤੇ ਉਹ ਕਹਿੰਦਾ ਠੀਕ ਹੈ। ਹੁਣ 4 ਫੀਸਾਂ ਰਹਿੰਦੀਆਂ, ਮਤਲਬ 24,000 ਰੁਪਇਆ ਰਹਿੰਦਾ। ਉਸ ਬੰਦੇ ਦੇ ਖਾਤੇ 'ਚ ਕਿੰਨੇ ਪੈਸੇ ਆ? 25। ਮਤਲਬ ਉਹ ਜਿਹੜਾ ਹੈਗਾ ਪ੍ਰਮਾਤਮਾ, ਉਹਨੇ ਤਾਂ ਮੈਨੂੰ ਪਰਖਿਆ ਹੀ ਸੀ ਬਿਲਕੁਲ ਵੀ ਇਹ ਵੇਖਦੇ ਆ ਕੀ ਕਰਦਾ, ਖੜਦਾ ਕਿ ਨਹੀਂ। ਤੇ ਜਦੋਂ ਉਹਦੀ ਕਿਰਪਾ ਨਾਲ ਹੀ ਖੜ ਗਏ ਤੇ ਜਦੋਂ ਖੜ ਗਏ ਤੇ ਉਹਨੇ ਤਾਂ ਮੇਰੇ ਖਾਤੇ 'ਚੋਂ 12,000 ਰੁਪਇਆ ਹੀ ਜਾਣ ਦਿੱਤਾ ਤੇ 24,000 ਆਪ ਭੇਜਤਾ। ਬਿਲਕੁਲ। ਤੇ ਇਹਦਾ ਮਤਲਬ ਹੈਗਾ ਪੈਸਾ ਕੁਛ ਨਹੀਂ ਹੈਗਾ, ਹੱਥਾਂ ਦੀ ਮੈਲ ਹੈ। ਜਿਹੜਾ ਮੇਰੇ ਵਰਗਾ ਬੰਦਾ ਜਿਹਦੇ ਕੋਲ ਇੱਕ ਕੋਰਾ ਪੈਲੀ ਨਹੀਂ, ਜੇ ਉਹਦੇ ਕਰਕੇ ਵੀ ਕਿਸੇ ਦੀ ਜਾਨ ਬਚ ਗਈ ਤੇ ਤੁਹਾਡੇ ਕੋਲੇ ਪੈਲੀਆਂ ਵੀ ਹੈਗੀਆਂ, ਤੁਹਾਡੇ ਕੋਲੇ ਡਾਲਰ ਵੀ ਹੈਗੇ ਆ, ਤੇ ਸ਼ਰਮ ਆਉਣੀ ਚਾਹੀਦੀ ਹੈ ਜੇ ਕੋਈ ਮਰ ਜੇ ਫਿਰ ਇੱਥੇ। ਬਿਲਕੁਲ। ਇਹ ਗੱਲ ਸੋਚਣੀ ਬਾਹਰਲੇ ਨੂੰ ਚਾਹੀਦੀ ਹੈ। ਜੇ ਹੁਣ ਆਪਣੇ ਇੱਧਰਲੇ ਭਰਾਵਾਂ ਦੀ ਗੱਲ ਕਰੀਏ ਜਿਹੜੇ ਮਹਿੰਗੇ, ਜਿਹੜੇ ਹੁਣ ਜਿਵੇਂ ਮੈਂ ਤੁਹਾਨੂੰ ਗੱਲ ਆਖੀ ਨਾ ਕਿ ਜੇਕਰ ਗੁਆਂਢੀ ਦੀ ਪੈਲੀ 65,000 ਨੂੰ ਠੇਕੇ ਤੇ ਲੱਗ ਜਾਂਦੀ ਹੈ ਤਾਂ ਉਹਦੇ ਕੋਲੇ ਜੇ 2 ਹੋਰ ਆ ਜਾਂਦੇ ਆ ਵੀ ਤੇਰੀ 66 ਨੂੰ ਲੈਣੇ ਆ ਭਾਈ 67 ਨੂੰ ਲੈਣਾ, ਤਾਂ ਉਹਦੀ ਕੋਸ਼ਿਸ਼ ਹੁੰਦੀ ਆ ਕਿ ਮੇਰੇ ਗੁਆਂਢੀ ਨਾਲੋਂ ਮੇਰੀ ਵੱਧ ਲੱਗਣੀ ਚਾਹੀਦੀ ਆ। ਤਾਂ ਇਹ ਵੀ ਕਿਤੇ ਨਾ ਕਿਤੇ ਸੋਚ ਸਾਡੇ ਲੋਕਾਂ 'ਚ ਤਾਂ ਬਦਲਣ ਦੀ ਦਵੜੀ ਖਾਨਾ ਸਾਹਿਬ ਜ਼ਰੂਰਤ ਆ। ਬਿਲਕੁਲ ਜ਼ਰੂਰਤ ਆ। ਮੈਂ ਕਹਿ ਰਿਹਾ ਪੈਸਾ ਜੇ ਤੁਸੀਂ ਦਿਮਾਗ 'ਚ ਰੱਖੋਗੇ ਤੁਸੀਂ ਅੱਜ ਵੀ ਬਰਬਾਦ, ਕੱਲ ਵੀ ਬਰਬਾਦ, ਪਰਸੋਂ ਵੀ ਬਰਬਾਦ। ਪੈਸਾ ਕਦੇ ਕਿਸੇ ਨੂੰ ਆਬਾਦ ਨਹੀਂ ਕਰਦਾ। ਜਿਹੜੀ ਚੀਜ਼ ਆਬਾਦ ਕਰਦੀ ਆ ਉਹਦਾ ਨਾਂ ਹੈਗਾ ਜਾਇਦਾਦ। ਇੱਕ ਹੁੰਦੀ ਆ ਚੱਲ ਸੰਪत्ति, ਇੱਕ ਹੁੰਦੀ ਆ ਅਚਲ ਸੰਪत्ति। ਪੈਸਾ ਚਲਾਇਮਾਨ ਆ, ਚੱਲ ਸੰਪत्ति ਆ। ਇਹ ਜਿੰਨਾ ਮਰਜ਼ੀ ਤੁਹਾਡੇ ਕੋਲੇ ਆ ਜੇ ਇਹ ਚੱਲ ਜਾਣਾ। ਬਿਲਕੁਲ। ਜਿਹੜੀ ਅਚਲ ਆ ਉਹ ਸਾਡੇ ਕੋਲੇ ਹੈਗੀ ਆ ਜ਼ਮੀਨ। ਪੰਜਾਬ ਦੀ ਬਦਕਿਸਮਤੀ ਇਹ ਆ ਕਿ ਪੰਜਾਬ ਦੇ ਲੋਕਾਂ ਕੋਲੇ ਜ਼ਮੀਨ ਤਾਂ ਹੈਗੀ ਆ ਪਰ ਇਹਨਾਂ ਨੂੰ ਜ਼ਮੀਨ ਦੀ ਢੇਲੇ ਦੀ ਵੀ ਕਦਰ ਹੈ ਨਹੀਂ। ਜਿਨ੍ਹਾਂ ਲੋਕਾਂ ਨੂੰ ਆਪਦੀ ਮਾਂ ਦੀ ਕਦਰ ਨਹੀਂ ਹੋਏਗੀ ਉਹ ਲੋਕ ਮਰ ਜਾਣਗੇ। ਪੈਸਾ ਕਿਸੇ ਦਾ ਬੇੜਾ ਬੰਨੇ ਨਹੀਂ ਲਾਏਗਾ, ਬੇੜਾ ਬੰਨੇ ਲਾਏਗੀ ਤਾਂ ਜ਼ਮੀਨ ਲਾਏਗੀ। ਤੇ ਜ਼ਮੀਨ ਦੇ ਹਾਲਾਤ ਆ ਜਿਹੜੇ ਪੰਜਾਬ ਦੇ, ਆਰਗੈਨਿਕ ਕਾਰਬਨ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ, ਬਹਾਲ ਰੱਖਣ ਲਈ, ਬਰਕਰਾਰ ਰੱਖਣ ਲਈ ਸਭ ਤੋਂ ਅਹਿਮ ਚੀਜ਼ ਆ। ਉਸ ਪੱਖੋਂ ਪੰਜਾਬ ਦੀਆਂ ਜ਼ਮੀਨਾਂ ਬਹੁਤ ਗਰੀਬ ਹੈ। 100 ਦੇ ਵਿੱਚੋਂ 20 ਤੋਂ ਲੈ ਕੇ 40 ਪੈਸੇ ਆਰਗੈਨਿਕ ਕਾਰਬਨ ਬਚਿਆ ਪੰਜਾਬ ਦੀਆਂ ਜ਼ਮੀਨਾਂ 'ਚ। ਚਾਹੀਦਾ ਹੈਗਾ 100 ਪੈਸੇ ਤੋਂ ਲੈ ਕੇ 300 ਪੈਸਾ, ਠੀਕ ਹੈ, ਹੈਗਾ 20 ਤੋਂ ਲੈ ਕੇ 40 ਪੈਸਾ। ਤਾਂ ਇਹ ਆਰਗੈਨਿਕ ਕਾਰਬਨ ਨੂੰ ਵਧਾਉਣ ਦੀ ਲੋੜ ਹੈ। ਹੁਣ ਆਰਗੈਨਿਕ ਕਾਰਬਨ ਕੀ ਆ? ਇਹ ਆਰਗੈਨਿਕ ਕਾਰਬਨ ਆ ਫਸਲੀ ਰਹਿੰਦ ਖੂੰਹਦ, ਦਰਖਤਾਂ ਦੇ ਪੱਤੇ, ਟਾਹਣੀਆਂ, ਘਾਹ ਫੂਸ ਹੈ, ਜਿਹੜੇ ਨਦੀਨ ਹੈ ਉਹ ਵੀ ਆਰਗੈਨਿਕ ਕਾਰਬਨ ਹੈ। ਤੇ ਇਹਦੇ ਇਲਾਵਾ ਹਰੀ ਖਾਦ ਆਰਗੈਨਿਕ ਕਾਰਬਨ ਹੈ, ਪਸ਼ੂਆਂ ਦਾ ਮਲ ਮੂਤਰ ਆਰਗੈਨਿਕ ਕਾਰਬਨ ਆ, ਬੰਦੇ ਦਾ ਮਲ ਮੂਤਰ ਆਰਗੈਨਿਕ ਕਾਰਬਨ ਹੈ, ਮਰੇ ਹੋਏ ਜੀਵ ਜੰਤੂ ਪਸ਼ੂ ਪੰਛੀ ਆਰਗੈਨਿਕ ਕਾਰਬਨ ਹੈ, ਮਰਿਆ ਹੋਇਆ ਮਨੁੱਖ ਆਰਗੈਨਿਕ ਕਾਰਬਨ ਹੈ। ਤੇ ਉਹ ਡੀਕੰਪੋਜ਼ ਹੋ ਕੇ ਜੇ ਮਿੱਟੀ 'ਚ ਰਲਦਾ ਫਿਰ ਉਹਦਾ ਫਾਇਦਾ। ਤੇ ਹੁਣ ਜਿਹੜੀ ਫਸਲੀ ਰਹਿੰਦ ਖੂੰਹਦ ਹੈ ਉਹਨੂੰ ਅੱਗ ਲਾ ਕੇ ਸਾੜੀ ਜਾਂਦੇ ਆ। ਤੇ ਖੇਤੀ ਦਾ ਵਿਗਿਆਨ ਧੇਲੇ ਦਾ ਨਹੀਂ ਪਤਾ, ਖੇਤੀ ਕਰੀ ਜਾਂਦੇ ਆ। ਪਿਛਲੇ ਸਾਲ ਝੋਨੇ ਨਹੀਂ ਚੱਲੇ। ਕਿਉਂ ਨਹੀਂ ਚੱਲੇ? ਕਿਉਂਕਿ ਸਰਕਾਰ ਨੇ ਵੋਟਾਂ ਦੇ ਚੱਕਰ 'ਚ 10 ਜੂਨ ਦੀ ਡੇਟ ਕਰਤੀ ਤੇ ਲੋਕਾਂ ਨੇ ਕਾਲਿਆਂ ਨੇ 5 ਜੂਨ ਨੂੰ ਥੱਪਤਾ। ਠੀਕ ਆ। ਅੱਤ ਦੀ ਗਰਮੀ ਪੈਂਦੀ ਸੀ, ਕਾਂ ਅੱਖ ਨਿਕਲਦੀ ਸੀ। ਉਨੀ ਗਰਮੀ 'ਚ ਝੋਨਾ ਨਹੀਂ ਚੱਲ ਸਕਦਾ ਸੀ। ਪਾਣੀ ਤੱਤਾ, ਥੱਲੇ ਧਰਤੀ ਤੱਤੀ, ਤੇ ਝੋਨੇ ਦੀਆਂ ਜੜਾਂ ਕਿੰਨੀਆਂ ਕੋਮਲ। ਬਿਲਕੁਲ। ਉਹ ਅੱਗ ਦੇ ਵਿੱਚ ਖੜਾ ਝੋਨਾ ਕਿਵੇਂ ਚੱਲੂ? ਨਹੀਂ ਚੱਲ ਸਕਦਾ। ਫਿਰ ਜੋ ਜੀ ਆਇਆ, ਸਲਫਰ ਪਾ, DAP ਪਾ, ਯੂਰੀਆ ਪਾ, ਝੋਨਾ ਚਲਾ, ਨਹੀਂ ਚੱਲਿਆ। ਖਰਚਾ ਵੱਧ ਗਿਆ, ਝੋਨਾ ਨਹੀਂ ਚੱਲਿਆ। ਮੈਨੂੰ ਫੋਨ ਕਰਿਆ ਕਰਨ ਬਈ ਝੋਨਾ ਕਵੇਂ ਚੱਲੂ? ਮੈਂ ਕਹਿੰਦਾ ਸਬਰ ਰੱਖੋ, ਜਦੋਂ ਮੀਂਹ ਪਿਆ ਉਦੋਂ ਚੱਲੂ। ਤੇ ਝੋਨਾ ਚੱਲਿਆ ਉਦੋਂ ਜਦੋਂ ਮੀਂਹ ਪਏ। ਠੀਕ ਹੈ। ਹੁਣ ਉਹ ਜਿਹੜੀ ਸਲਫਰ, DAP, ਯੂਰੀਆ ਅੱਗ ਵਰਦੀ ਗਰਮੀ ਦੇ ਵਿੱਚ ਤੁਸੀਂ ਜ਼ਮੀਨ 'ਚ ਸੁੱਟੀ ਸੀ, ਉਹ ਤੁਹਾਡੀ ਕਣਕ ਦੇ ਪੇਸ਼ ਪੈ ਗਈ। ਉਹਦੇ ਕਰਕੇ ਜ਼ਮੀਨ ਦੀ ਵਾਟਰ ਜਿਹੜਾ ਹੈਗਾ ਨਾ, ਵਾਟਰ ਹੋਲਡਿੰਗ ਕਪੈਸਿਟੀ ਹੁੰਦੀ ਹੈ, ਇੱਕ ਹੁੰਦੀ ਹੈ ਵਾਟਰ ਅਬਜ਼ੌਰਪਸ਼ਨ ਕਪੈਸਿਟੀ ਤੇ ਇੱਕ ਹੁੰਦੀ ਹੈ ਵਾਟਰ ਰਿਟੈਂਸ਼ਨ ਕਪੈਸਿਟੀ। ਤਾਂ ਉਹਦੇ ਕਰਕੇ ਨਾ ਜ਼ਮੀਨ ਦੀ ਵਾਟਰ ਰਿਟੈਂਸ਼ਨ ਕਪੈਸਿਟੀ ਭਾਂਡੇ 'ਚ ਵੜ ਗਈ।
ਜ਼ਮੀਨ ਨੇ ਉਤਲੀ ਮਿੱਟੀ 'ਚ ਨਮੀ ਦੇ ਰੂਪ 'ਚ ਪਾਣੀ ਸੰਭਾਲਣ ਦੀ ਜਿਹੜੀ ਉਹਦੀ ਸਮਰੱਥਾ ਸੀ ਉਹ ਗਵਾਤੀ। ਤੇ ਜਦੋਂ ਮਾਰਚ ਦੇ ਵਿੱਚ ਅੰਨ੍ਹੇਵਾਹ ਗਰਮੀ ਪਈ ਤਾਂ ਜ਼ਮੀਨ ਦੀਆਂ ਜੜਾਂ, ਕਣਕ ਦੀਆਂ ਜਿਹੜੀਆਂ ਜੜਾਂ ਸੀ, ਥੱਲੇ ਜ਼ਮੀਨ ਨੇ ਨਮੀ ਸੰਭਾਲੀ ਨਹੀਂ ਤੇ ਜੜਾਂ ਨੂੰ ਸੋਕਾ ਲੱਗ ਗਿਆ। ਜਦੋਂ ਜੜਾਂ ਨੂੰ ਸੋਕਾ ਲੱਗੇਗਾ ਕਿਸੇ ਵੀ ਫਸਲ ਦੀ ਨੂੰ ਤਾਂ ਜਿਹੜਾ ਹੈਗਾ ਰਸ ਨਹੀਂ ਜਾਣਗੇ। ਤਾਂ ਜਿੰਨਾ ਕੁ ਰਸ ਕਣਕ ਸਿੱਟਿਆਂ 'ਚ ਪਹੁੰਚਾ ਸਕੀ ਉਹਨੇ ਕੁ ਸਿੱਟੇ ਦੇ ਵਿੱਚ ਦਾਣਾ ਬਣਿਆ ਤੇ ਉੱਤੋਂ ਖਾਲੀ ਰਹਿ ਗਏ ਸਿੱਟਾ। ਬਿਲਕੁਲ। ਤੇ ਉਹਦੇ ਕਰਕੇ ਝਾੜ ਘਟ ਗਿਆ। ਤੇ ਜਦੋਂ ਥੱਲੇ ਰਸ ਹੈ ਨਹੀਂ ਤਾਂ ਇਹਦਾ ਮਤਲਬ ਆ ਉੱਤੋਂ ਵੀ ਗਰਮੀ ਪੈ ਰਹੀ ਆ, ਥੱਲੇ ਵੀ ਸੋਕਾ ਲੱਗ ਗਿਆ ਤੇ ਦਾਣੇ ਮੌਜੂ ਬਣ ਗਏ। ਦਾਣੇ ਬਰੀਕ ਰਹਿ ਗਏ, ਵਜਨ ਘਟ ਗਿਆ। ਉੱਤੇ ਦਾਣੇ ਬਣੇ ਨਹੀਂ, ਉਹਦੇ ਕਰਕੇ ਵੀ ਝਾੜ ਘਟ ਗਿਆ। ਤੇ ਜਿਹੜੇ ਬਣੇ ਸੀ ਉਹਨਾਂ 'ਚ ਵਜਨ ਹੈ ਨਹੀਂ ਸੀ, ਉਹਦੇ ਕਰਕੇ ਵੀ ਝਾੜ ਘਟ ਗਿਆ। ਤਾਂ ਮਤਲਬ ਕੀ ਆ ਵੀ ਜੇ ਖੇਤੀ ਕਰਨੀ ਆ ਤਾਂ ਪਹਿਲਾਂ ਖੇਤੀ ਸਿੱਖ ਲਓ। ਤੁਹਾਡੇ ਕੋਲੇ ਜ਼ਮੀਨ ਹੈਗੀ ਆ ਪਰ ਤੁਹਾਨੂੰ ਖੇਤੀ ਨਹੀਂ ਆਉਂਦੀ, ਇਹ ਤੁਹਾਨੂੰ ਮੰਨਣਾ ਪਊਗਾ ਜੀ। ਦਬੜੀ ਖਾਨ ਸਾਹਿਬ, ਆਖਰੀ ਸੁਨੇਹਾ ਸਾਡੇ ਸਰੋਤਿਆਂ ਦੇ ਲਈ ਕੀ ਰਹੂਗਾ, ਚਾਹੇ ਉਹ NRI ਭਰਾ ਨੇ, ਚਾਹੇ ਉਹ ਇੱਧਰਲੇ ਭਰਾ ਨੇ ਜਿਹੜੇ ਖਾਸ ਕਰ ਜ਼ਮੀਨ ਠੇਕੇ ਨੇ? ਜੇ ਪਹਿਲ ਤੁਸੀਂ ਆਖਿਆ ਕਿ ਜੇ ਪਹਿਲ ਕਰਨੀ ਆ ਤਾਂ ਸਾਨੂੰ ਖੇਤੀ ਦੇ ਵਿੱਚ ਹੁੰਦੇ ਜਿਹੜੇ ਖਰਚਿਆਂ ਨੂੰ ਘਟਾਉਣਾ ਪੈਣਾ, ਤਾਂ ਪਹਿਲ ਉਹਨਾਂ ਵੱਲੋਂ ਆਪਾਂ ਕਹਾਂਗੇ ਕਿ ਜਿਹੜੇ ਜ਼ਮੀਨਾਂ ਠੇਕੇ ਤੇ ਦਿੰਦੇ ਆ, ਤਾਂ ਜੋ ਜਿਹੜੇ ਕਿਉਂਕਿ ਬਹੁਤੇ ਕਿਸਾਨ ਛੋਟੇ ਇਦਾਂ ਦੇ ਜਿਨ੍ਹਾਂ ਕੋਲੇ ਆਪਦੇ ਕੋਲੇ 1 ਕਿੱਲਾ ਪੈਲੀ ਆ, 2 ਕਿੱਲਾ ਪੈਲੀ ਤੋਂ 5-10 ਕਿੱਲੇ ਠੇਕੇ ਤੇ ਲੈ ਕੇ ਜਿਹੜੇ ਹੈਗੇ ਆ ਜ਼ਮੀਨ ਠੇਕੇ ਤੇ ਲੈ ਕੇ ਵਾਹੀ ਕਰਦੇ ਆ, ਤਾਂ ਕੀ ਕਹਿਣਾ ਚਾਹੋਗੇ? ਮੇਰੇ ਵੱਲੋਂ ਜਿਹੜਾ ਅੰਤ ਦੇ ਵਿੱਚ ਜਿਹੜਾ ਸੁਨੇਹਾ ਉਹ ਫਿਰ ਮੈਂ NRI ਭਰਾਵਾਂ ਨੂੰ ਸੰਬੋਧਿਤ ਹੋਵਾਂਗਾ। ਤੇ ਜਿਹੜੇ ਇੱਥੇ ਸਰਦੇ ਵਰਦੇ ਪਰਿਵਾਰ ਹੈਗੇ ਆ, ਚਾਹੇ ਸ਼ਹਿਰਾਂ 'ਚ ਰਹਿੰਦੇ ਆ, ਖੇਤੀ ਨਹੀਂ ਕਰਦੇ, ਉਹਨਾਂ ਨੂੰ ਸੰਬੋਧਿਤ ਹੋਵਾਂਗਾ। ਬਾਈ ਜੀ, ਖੇਤੀ ਦੇ ਵਿੱਚ ਕਿਸਾਨ ਦੇ ਫੇਲ ਹੋਣ ਦੀ ਸਭ ਤੋਂ ਵੱਡੀ ਵਜ੍ਹਾ ਹੈਗੀ ਆ ਉਹਦਾ ਖੇਤੀ ਦੀ ਫਿਲਾਸਫੀ, ਖੇਤੀ ਦੇ ਸਿਧਾਂਤ, ਖੇਤੀ ਦੇ ਵਿਗਿਆਨ ਅਤੇ ਖੇਤੀ ਦੀ ਤਕਨੀਕ ਤੋਂ ਜਿਹੜਾ ਹੈਗਾ ਜਾਣੂ ਨਾ ਹੋਣਾ। ਤਾਂ ਕਿਸਾਨ ਨੂੰ ਖੇਤੀ ਦਾ ਜਿਹੜੀ ਹੈਗੀ ਆ ਐਜੂਕੇਸ਼ਨ ਉਹ ਹੋਣੀ ਮਸਟ ਹੈ। ਆਪਾਂ ਕਈ ਵਾਰੀ ਆਪਣੇ ਕਿਸੇ ਪਰਿਵਾਰ ਦੇ ਬੱਚੇ ਨੂੰ ਕਹਿੰਦੇ ਆ ਵੀ ਤੂੰ ਬਿਜਲੀ ਦਾ ਕੰਮ ਸਿੱਖ ਲਾ। ਬਿਲਕੁਲ। ਐਂ ਤਾਂ ਨਹੀਂ ਕਹਿੰਦੇ ਤੂੰ ਬਿਜਲੀ ਦਾ ਕੰਮ ਕਰ ਲਾ। ਜੇ ਬਿਜਲੀ ਦਾ ਕੰਮ ਕਰਨਾ ਤਾਂ ਅਸੀਂ ਉਹਨੂੰ ਪਹਿਲਾਂ ਟ੍ਰੇਨਿੰਗ ਦਿਵਾਉਣੇ ਆ ਵੀ ਫਲਾਣੇ ਕੋਲੋਂ ਸਿੱਖ ਲਾ। ਉਹ ਬਿਜਲੀ ਦਾ ਕੰਮ ਸਿੱਖਦਾ, ਫਿਰ ਉਹ ਕਰਨ ਲੱਗ ਜਾਂਦਾ। ਹੁਣ ਤਾਂ ਡੰਗਰ ਡਾਕਟਰਾਂ ਦਾ ਵੀ ਕੰਮ ਸਿੱਖ ਲੈਂਦੇ ਆ ਲੋਕ, ਡੰਗਰ ਡਾਕਟਰ ਦੇ ਨਾਲ ਰਹਿ ਕੇ, ਤੇ ਫਿਰ ਉਹ ਵੀ ਡੰਗਰ ਡਾਕਟਰ ਹੀ ਬਣ ਜਾਂਦੇ ਆ। ਠੀਕ ਹੈ, ਕੋਈ ਵੀ ਕੰਮ ਕਰਨਾ ਉਹਦੇ ਲਈ ਟ੍ਰੇਨਿੰਗ ਚਾਹੀਦੀ ਆ। ਤੇ ਪੰਜਾਬ ਦੇ ਵਿੱਚ ਖੇਤੀ ਕਰਨੀ ਆ ਤੇ ਇਹਦੇ ਲਈ ਤੁਹਾਨੂੰ ਕੋਈ ਟ੍ਰੇਨਿੰਗ ਨਹੀਂ ਚਾਹੀਦੀ। ਜਿਹਨੂੰ ਟਰੈਕਟਰ ਚਲਾਉਣਾ ਆਉਂਦਾ ਉਹ ਆਪਣੇ ਆਪ ਨੂੰ ਕਿਸਾਨ ਮੰਨ ਲੈਂਦਾ। ਤੇ ਟਰੈਕਟਰ ਦਾ ਬਾਈ ਆ ਖੜਾ ਆਪਣਾ ਢਿੱਲੋਂ, ਇਹ ਆਪਦੇ 10 ਸਾਲ ਦੇ ਜਵਾਕ ਨੂੰ ਫੜਾ ਦਿੰਦਾ। ਹੁਣ 10 ਸਾਲ ਦੇ ਜਵਾਕ ਨੂੰ ਟਰੈਕਟਰ ਫੜਾ ਦਿੰਦੇ ਆ, ਉਹ ਟਰੈਕਟਰ ਚਲਾਉਣਾ ਸਿੱਖ ਗਿਆ ਤੇ ਇਹਦਾ ਮਤਲਬ ਉਹ ਕਿਸਾਨ ਬਣ ਗਿਆ। ਟਰੈਕਟਰ ਚਲਾਉਣਾ ਮਤਲਬ ਕਿਸਾਨੀ ਦੀ ਯੋਗਤਾ ਨਹੀਂ ਹੈਗਾ। ਕਿਸਾਨੀ ਦੀ ਯੋਗਤਾ ਹੈਗੀ ਆ ਤੁਹਾਨੂੰ ਖੇਤੀ ਦੀ ਫਿਲਾਸਫੀ ਪਤਾ, ਖੇਤੀ ਦੇ ਸਿਧਾਂਤ ਪਤਾ, ਖੇਤੀ ਦਾ ਵਿਗਿਆਨ ਪਤਾ, ਖੇਤੀ ਦੀ ਤਕਨੀਕ ਪਤਾ। ਇਹ ਚਾਰੇ ਚੀਜ਼ਾਂ ਦਾ ਕਿਸੇ ਨੂੰ ਪਤਾ ਨਹੀਂ ਤੇ ਖੇਤੀ ਕਰੀ ਜਾਂਦੇ ਆ। ਤਾਂ ਇਹ ਚਾਰੇ ਚੀਜ਼ਾਂ ਨਾ ਤਾਂ ਖੇਤੀਬਾੜੀ ਮਹਿਕਮਾ ਲੋਕਾਂ ਤੱਕ ਲੈ ਕੇ ਜਾਂਦਾ, ਨਾ ਖੇਤੀਬਾੜੀ ਯੂਨੀਵਰਸਿਟੀ ਲੋਕਾਂ ਤੱਕ ਲੈ ਕੇ ਜਾਂਦੀ ਆ। ਇੱਕ ਬੰਦਾ ਪੰਜਾਬ 'ਚ ਲੈ ਕੇ ਜਾਂਦਾ, ਉਹ ਤੁਹਾਡੇ ਸਾਹਮਣੇ ਬੈਠਾ, ਉਹਨੂੰ ਉਹਦੇ ਪਿੱਛੇ ਗਾਲਾਂ ਖਾਣੀਆਂ ਪੈਂਦੀਆਂ। ਤੇ ਮੇਰੀ ਪਹੁੰਚ ਨਹੀਂ ਹੈਗੀ ਕਿ ਮੈਂ ਸਾਰੇ ਪੰਜਾਬ 'ਚ ਇਕੱਲੇ ਪਿੰਡ 'ਚ ਜਾ ਕੇ ਲੋਕਾਂ ਨੂੰ ਐਜੂਕੇਟ ਕਰਾਂ, ਨਾ ਮੇਰੇ ਕੋਲੇ ਸਾਧਨ ਆ। ਤੇ ਜਿਹੜੇ ਮੇਰੇ NRI ਭਰਾ ਜਿਹੜੇ ਚਾਹੁੰਦੇ ਆ ਪੰਜਾਬ ਬਚੇ, ਉਹ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਐਜੂਕੇਟ ਕਰਨ ਦੇ ਮਕਸਦ ਨਾਲ ਇਹ ਜਿਹੜੇ ਕੈਂਪ ਲਵਾਉਣ ਵੱਡੇ ਪੱਧਰ ਤੇ ਲਗਾਤਾਰਤਾ ਦੇ ਵਿੱਚ। ਕਿਉਂਕਿ ਅੱਜ ਇੱਕ ਕੈਂਪ ਲਾਤਾ, ਮੁੜ ਕੇ 2 ਸਾਲ ਕੋਈ ਨੇ ਪੁੱਛਿਆ ਹੀ ਨਹੀਂ, ਉਹ ਫੇਰ ਕਹਾਣੀ ਉੱਥੇ ਹੀ ਆ ਜਾਣੀ। ਇਹਨੂੰ ਸਾਖਰਤਾ, ਐਗਰੀਕਲਚਰਲ ਲਿਟਰੇਸੀ, ਖੇਤੀ ਸਾਖਰਤਾ ਮੁਹਿੰਮ, ਇਹ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਦਰਦਮੰਦਾਂ ਨੂੰ ਚਲਾਉਣੀ ਪਊਗੀ। ਤੇ ਜਿਹੜੇ NRI ਭਰਾ ਬਾਹਰ ਬੈਠੇ ਆ ਉਹ ਇਹਨੂੰ ਫੰਡ ਕਰ ਸਕਦੇ ਆ। ਠੀਕ ਹੈ ਜੀ। ਤੇ ਪਿੰਡਾਂ ਦੇ ਵਿੱਚ ਕੈਂਪ ਲਵਾਓ ਜੀ। ਜਿਹੜਾ ਬੰਦਾ ਤੁਹਾਨੂੰ ਲੱਗਦਾ ਵੀ ਇਹ ਬੰਦੇ ਆਪਾਂ ਲੋਕਾਂ ਦੇ ਪੱਲੇ ਸਹੀ ਜਾਣਕਾਰੀ ਪਾ ਸਕਦਾ, ਉਹਨਾਂ ਨੂੰ ਸਹੀ ਐਜੂਕੇਟ ਕਰ ਸਕਦਾ, ਉਹਨੂੰ ਉੱਥੇ ਲੈ ਕੇ ਜਾਓ ਜੀ। ਇਹੀ ਸੁਨੇਹਾ ਜੀ। ਦਬੜੀ ਖਾਨ ਸਾਹਿਬ, ਤੁਸੀਂ ਕੀਮਤੀ ਸਮੇਂ 'ਚ ਸਮਾਂ ਦਿੱਤਾ, ਬੜੇ ਕੀਮਤੀ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ ਤੁਹਾਡਾ ਵੀ ਜੀ। ਸੋ ਮੇਰੇ ਨਾਲ ਗੁਰਪ੍ਰੀਤ ਸਿੰਘ ਦਬੜੀ ਖਾਨਾ ਹੋ ਰਹੀ ਸੀ। ਜਿਸ ਤਰ੍ਹਾਂ ਦੇ ਨਾਲ ਗੱਲ ਬਾਈ ਜੀ ਨੇ ਬੜੀ ਚੰਗੀ ਕਹੀ ਹੈ ਕਿ
ਪੰਜਾਬ ਦੇ ਵਿੱਚ ਅਸੀਂ ਜ਼ਮੀਨ ਨੂੰ ਆਖਦੇ ਹਾਂ ਕਿ ਜ਼ਮੀਨ ਸਾਡੀ ਮਾਂ ਆ, ਤੇ ਵੇਚਣ ਵੇਲੇ ਖਾਸ ਕਰ ਇਹ ਗੱਲ ਹੁੰਦੀ ਹੈ ਕਿ ਯਾਰ ਆਪਣੀ ਮਾਂ ਨੂੰ ਕਿਵੇਂ ਵੇਚੇਂਗਾ। ਤਾਂ ਜਿਸ ਤਰ੍ਹਾਂ ਦੇ ਨਾਲ ਦਬੜੀ ਖਾਨਾ ਸਾਹਿਬ ਨੇ ਆ ਕੇ ਬਾਹਰ ਬੈਠੇ ਭਰਾ ਜਿਹੜੇ ਆਪਣੀ ਮਾਂ ਨੂੰ ਸੰਭਾਲਣ ਦੇ ਲਈ ਜਿਨ੍ਹਾਂ ਨੂੰ ਦੇ ਕੇ ਜਾਂਦੇ ਆ, ਸ਼ਾਇਦ ਪਿੱਛੇ ਧਿਆਨ ਤੱਕ ਨਹੀਂ ਰੱਖਦੇ ਕਿ ਉਹ ਤੁਹਾਡੀ ਮਾਂ ਨੂੰ ਸੰਭਾਲ ਕਿਸ ਤਰ੍ਹਾਂ ਦੇ ਨਾਲ ਰਹੀ ਆ। ਤਾਂ ਜੇ ਵਾਕਿਆ ਦੇ ਵਿੱਚ ਉੱਦਮ ਕਰਨਾ ਪੰਜਾਬ ਨੂੰ ਬਚਾਉਣ ਦਾ, ਵਾਕਿਆ ਦੇ ਵਿੱਚ ਉੱਦਮ ਕਰਨਾ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦਾ, ਤਾਂ ਪਹਿਲ ਸਾਨੂੰ ਆਪਣੇ ਆਪ ਤੋਂ ਕਰਨੀ ਪੈਣੀ ਆ ਕਿ ਸਾਨੂੰ ਠੇਕੇ ਜਿਹੜੇ ਹੈਗੇ ਜ਼ਮੀਨਾਂ ਦੇ ਘਟਾਉਣੇ ਪੈਣੇ। ਹਾਂ, ਪਰ ਸ਼ਰਤਾਂ ਜ਼ਰੂਰ ਰੱਖਣੀਆਂ ਪੈਣੀਆਂ ਕਿ ਰੇਹਾਂ ਸਪਰੇਹਾਂ ਤੋਂ ਮੁਕਤ ਖੇਤੀ ਹੋਵੇ, ਕਿ ਭਾਈ ਮੇਰੇ ਖੇਤ ਦੇ ਵਿੱਚ ਰੇਹਾਂ ਸਪਰੇਹਾਂ ਤੋਂ ਮੁਕਤ ਖੇਤੀ ਹੋਵੇ, ਮੇਰੇ ਖੇਤ ਦੇ ਵਿੱਚ ਅੱਗ ਜਿਹੜੀ ਆ ਪਰਾਲੀ ਨੂੰ ਉਹ ਨਾ ਲਾਈ ਜਾ। ਇਸ ਤਰ੍ਹਾਂ ਦੀਆਂ ਮੁਲਾਕਾਤਾਂ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।